वाहिगुरु जी का खालसा वाहिगुरु जी की फतेह. Good afternoon to all the students. I would request Avneet Kaur to start जाप सेवा. हाँ जी बेटा स्टार्ट करो प्लीज. वाहिगुरु जी का खालसा वाहिगुरु जी की फतेह. Am I audible, ma'am? हाँ जी बेटे. Okay, ma'am. Thank you. एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद. एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद. एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद. एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद. एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद. वाहेगुरु 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 वाहेगुरु. वाहेगुरु जी का खालसा वाहेगुरु जी की फतेह. वाहिगुरु जी का खालसा वाहिगुरु जी की फतेह. Thank you Avneet Kaur. So we are going to start today's class. So as usual ਅਸੀਂ start ਕਰਾਂਗੇ 3 forms of verbs. First is use. USE use. यूज ਹੁੰਦਾ है किसी चीज ਨੂੰ इस्तेमाल करना. इस्तेमाल करना. ठीक है. I want to use this class. I want to use this pen. किसी चीज का इस्तेमाल करना. use used used use used used. Next is understand. Understand means किसी चीज ਨੂੰ समझना. I have understood this concept. मैनू ये concept समझ आ गया है. Did you understand कि तुहानू समझ आया? Understand, understood, understood. Understand, understood, understood. Next is underestimate. Underestimate ਹੁੰਦਾ है किसी चीज ਨੂੰ जो वो actually ਉਹਦੀ value है ना उस तो घट करके जानना. जिवें आपां कहने हैं कि तुसी हजे ओदी पावर दा अंदाजा नहीं लगा सकते या तुसी उसदी पावर नू गलत आंकिया है. तुसी ओनू अंडर एस्टिमेट कीता है. एक्चुअली जेड़ा है ना वो बहुत पावरफुल है. लाइक यू हैव अंडर एस्टिमेटेड हिज पावर. आपां कहने हैं ना कि तुसी हजे मेरी पावर नू गलत मतलब गलत अंदाजा लगाया है. सो अंडर एस्टिमेट हुंदा है किसी चीज दा घट अंदाजा लगाना. अंडर एस्टिमेट. ਆਪਾਂ ਕਈ ਵਾਰ ਬੱਚੇ ਦੀ ਇੰਟੈਲੀਜੈਂਸ ਨੂੰ ਅੰਡਰ ਐਸਟੀਮੇਟ ਕਰ ਲੈਂਦੇ ਆ ਕਿ ਨਹੀਂ ਉਹ ਇੱਕ ਸਮ ਸੋਲਵ ਨਹੀਂ ਕਰ ਸਕਦਾ. ਯਾਨੀ ਕਿ ਅਸੀਂ ਐਸਟੀਮੇਟ ਹੁੰਦਾ ਹੈ ਅੰਦਾਜ਼ਾ ਲਗਾਣਾ. ਅੰਡਰ ਐਸਟੀਮੇਟ ਯਾਨੀ ਜਿੰਨਾ ਹੈ ਉਸ ਤੋਂ ਘੱਟ ਅੰਦਾਜ਼ਾ ਲਗਾਣਾ. ਲਾਈਕ ਵੀ ਸਮਟਾਈਮਸ ਅਸੀਂ ਕੀ ਕਰਦੇ ਆ ਵੀ ਅੰਡਰ ਐਸਟੀਮੇਟ ਦੀ ਇੰਟੈਲੀਜੈਂਸ ਆਫ ਅ ਚਾਈਲਡ. ਅਸੀਂ ਉਹਨੂੰ ਅੰਡਰ ਐਸਟੀਮੇਟ ਕਰ ਲੈਂਦੇ ਆ. ਸੋ ਅੰਡਰ ਐਸਟੀਮੇਟ, ਅੰਡਰ ਐਸਟੀਮੇਟਡ, ਅੰਡਰ ਐਸਟੀਮੇਟਡ. Next is vanish. Vanish ਹੁੰਦਾ है disappear, गायब हो जाना. Like तुसी सुनिया होएगा spots vanish हो गए, दाग गायब है ना, vanish हो गए है ना. Vanish ਹੁੰਦਾ है किसी चीज का गायब हो जाना, disappear हो जाना. Vanish. So vanish, vanished, vanished. Next is visit. ਵਿਜ਼ਿਟ ਅਸੀਂ ਕਹਿ ਸਕਦੇ ਹਾਂ. ਵਿਜ਼ਿਟ ਦਾ ਮਤਲਬ ਯਾਤਰਾ ਕਰਨਾ ਵੀ ਹੁੰਦਾ ਹੈ. ਐਂਡ ਵਿਜ਼ਿਟ ਦਾ ਮਤਲਬ ਹੁੰਦਾ ਜਿਵੇਂ ਲਾਈਕ ਆਈ ਵੈਂਟ ਟੂ ਦਿੱਲੀ ਟੂ ਵਿਜ਼ਿਟ ਮਾਈ ਫਰੈਂਡ. ਮੈਂ ਆਪਣੀ ਫਰੈਂਡ ਨੂੰ ਮਿਲਣ ਗਈ, ਦੇਖਣ ਗਈ ਹੈ ਨਾ. ਉੱਥੇ ਵੀ ਅਸੀਂ ਵਿਜ਼ਿਟ ਕਰ ਦਿੰਦੇ ਹਾਂ. ਆਈ ਵਿਜ਼ਿਟਡ ਆਗਰਾ. ਮੈਂ ਆਗਰਾ ਦੇਖਣ ਗਈ. ਠੀਕ ਹੈ. ਸੋ ਵਿਜ਼ਿਟ ਦਾ ਮਤਲਬ ਅਸੀਂ ਕਿਸੇ ਨੂੰ ਜਦੋਂ ਮਿਲਣ ਲਈ ਜਾਂਦੇ ਹਾਂ ਉਸ ਜਾਣ ਨੂੰ ਅਸੀਂ ਕੀ ਕਹਿੰਦੇ ਆ? ਵਿਜ਼ਿਟ. कोई चीज आप देखने ਲਈ ਜਾਂਦੇ ਆ, ਕਿਸੇ ਨੂੰ ਮਿਲਣ ਲਈ ਜਾਂਦੇ ਆ,
ਤਾਂ ਉਹਨੂੰ ਅਸੀਂ ਕਹਿੰਦੇ ਆ ਵਿਜ਼ਿਟ। ਵਿਜ਼ਿਟਡ, ਵਿਜ਼ਿਟਡ, ਵਿਜ਼ਿਟ, ਵਿਜ਼ਿਟਡ, ਵਿਜ਼ਿਟਡ। ਨੈਕਸਟ ਇਜ਼ ਵੈਲਿਊ। ਵੈਲਿਊ, ਵੈਲਿਊ ਦਾ ਮਤਲਬ ਹੁੰਦਾ ਕੀਮਤ। ਜਿਵੇਂ ਮੈਂ ਪੁੱਛਿਆ ਇਸ ਚੀਜ਼ ਦੀ ਤੁਹਾਡੀ ਨਜ਼ਰਾਂ 'ਚ ਕੀ ਵੈਲਿਊ ਹੈ, ਕੀਮਤ ਯਾਨੀ ਨਾउन ਹੈ। ਬਟ ਵਰਬ ਦੇ ਵਿੱਚ ਵੈਲਿਊ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਕੀਮਤ ਦੇਣਾ, ਕਿਸੇ ਚੀਜ਼ ਨੂੰ ਵੈਲਿਊ ਕਰਨਾ। ਲਾਈਕ ਆਰ ਯੂ ਵੈਲਿਊਇੰਗ ਮਾਈ ਐਡਵਾਈਸ, ਤੁਸੀਂ ਮੇਰੀ ਐਡਵਾਈਸ ਦੀ ਵੈਲਿਊ, ਕੋਈ ਕੀਮਤ ਦੇ ਰਹੇ ਹੋ ਉਹਨੂੰ, ਉਸਨੂੰ ਕੋਈ ਕੀਮਤ ਦੇ ਰਹੇ ਹੋ। ਲਾਈਕ ਸ਼ੀ ਡਜ਼ ਨਾਟ ਵੈਲਿਊ ਮਾਈ ਐਡਵਾਈਸ, ਉਹ ਮੇਰੀ ਐਡਵਾਈਸ ਨੂੰ ਕੋਈ ਵੈਲਿਊ ਨਹੀਂ ਦਿੰਦੀ। ਵੈਲਿਊ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਕੋਈ ਕੀਮਤ ਦੇਣਾ, ਕਿਸੇ ਚੀਜ਼ ਨੂੰ ਕੁਝ ਸਮਝਣਾ। ਆਪਾਂ ਕਹਿੰਦੇ ਆ ਨਾ ਕਿ ਤੁਹਾਡੀ ਨਜ਼ਰਾਂ 'ਚ ਇਸ ਚੀਜ਼ ਦੀ ਕੋਈ ਕੀਮਤ ਹੈ, ਕੋਈ ਅਹਿਮੀਅਤ ਹੈ, ਸੋ ਕੀਮਤ ਦੇਣਾ। ਸੋ ਵੈਲਿਊ, ਵੈਲਿਊਡ, ਵੈਲਿਊਡ। ਲਾਈਕ ਹੀ ਵੈਲਿਊਡ ਮਾਈ ਐਡਵਾਈਸ, ਉਸਨੇ ਮੇਰੀ ਐਡਵਾਈਸ ਨੂੰ ਕੀਮਤ ਦਿੱਤੀ, ਵੈਲਿਊ ਕੀਤਾ। ਵੈਲਿਊ ਕੀਤਾ ਮਤਲਬ ਉਹਨੂੰ ਕੁਝ ਸਮਝਾ ਕਿ ਹਾਂ ਇਸ ਚੀਜ਼ ਦੀ ਵੀ ਕੋਈ ਵੈਲਿਊ ਹੈ। ਠੀਕ ਹੈ। ਨੈਕਸਟ ਇਜ਼ ਵਿਸ਼। ਵਿਸ਼ ਹੁੰਦਾ ਹੈ ਕਿਸੇ ਚੀਜ਼ ਦੀ ਉਮੀਦ ਕਰਨਾ, ਆਸ ਕਰਨਾ। ਆਈ ਵਿਸ਼ ਆਈ ਵਰ ਮਿਲੀਅਨੇਅਰ, ਮੇਰੀ ਇਹ ਵਿਸ਼ ਹੈ, ਚਾਹਤ ਹੋਣਾ ਕਿਸੇ ਚੀਜ਼ ਦੀ, ਹੈ ਨਾ। ਵਿਸ਼, ਇੱਕ ਵਿਸ਼ ਹੁੰਦਾ ਹੈ ਜਿਵੇਂ ਯੂ ਵਿਸ਼ ਮੀ ਗੁੱਡ ਮਾਰਨਿੰਗ, ਤੁਸੀਂ ਮੈਨੂੰ ਗੁੱਡ ਮਾਰਨਿੰਗ ਜਾਂ ਗੁੱਡ ਆਫਟਰਨੂਨ ਵਿਸ਼ ਕਰਦੇ ਹੋ, ਹੈ ਨਾ। ਸੋ ਵਿਸ਼ ਹੁੰਦਾ ਹੈ ਚਾਹਤ ਹੋਣਾ। ਜਿਵੇਂ ਅਸੀਂ ਵਿਸ਼ ਕਰਨਾ ਕੀ ਕਹਿੰਦੇ ਹਾਂ ਕਿ ਲਾਈਕ ਆਈ ਵਿਸ਼ਡ ਯੂ ਗੁੱਡ ਮਾਰਨਿੰਗ, ਯਾਨੀ ਮੈਂ ਚਾਹੁੰਦੀ ਹਾਂ ਕਿ ਤੁਹਾਡੀ ਮਾਰਨਿੰਗ ਵਧੀਆ ਹੋਵੇ। ਠੀਕ ਹੈ। ਸੋ ਕਿਸੇ ਚੀਜ਼ ਦੇ ਲਈ ਚਾਹਤ ਕਰਨਾ। ਵਿਸ਼, ਵਿਸ਼ਡ, ਵਿਸ਼ਡ। ਨੈਕਸਟ ਇਜ਼ ਵਰਕ, ਵੈਰੀ ਇਜ਼ੀ, ਕੰਮ ਕਰਨਾ। ਵਰਕ, ਵਰਕਡ, ਵਰਕਡ। ਵਰਕ ਦਾ ਮਤਲਬ ਹੁੰਦਾ ਕੰਮ। I have done my work. He worked hard. So work verb है काम करना. He has been working since morning. वो सवेरे तो काम कर रहा है. So work means काम करना. Next is wander. We have done this word also. Wander ਹੁੰਦਾ है to roam without any destination. किसे बिना किसे गल तो ऐਵੇਂ घूमी जाना. ठीक है. Wander, wandered, wandered. WONDER ਹੁੰਦਾ है wonder. वंडर मतलब आश्चर्य, है ना, वंडरफुल ਅਸੀਂ ਕਹਿੰਦੇ ਆ। बट this is wander. WANDER is wander. Wandered, wandered, wander, wandered, wandered. Next is walk, very easy. Walk means ਤੁਰਨਾ, walk, walked, walked. ਇੱਕ walk ਹੁੰਦਾ ਜਿਵੇਂ I went for a walk, ਉੱਥੇ walk ਦਾ ਮਤਲਬ ਹੈ ਸੈਰ। He was walking too fast. ਉੱਥੇ walk ਦਾ ਮਤਲਬ ਹੈ ਤੁਰਨਾ। Walk means ਤੁਰਨਾ, walked, walked. And the last one is want. Want means ਚਾਹਣਾ ਕਿਸੇ ਚੀਜ਼ ਨੂੰ। I want a glass of water. I want to have an ice cream. Want, wanted, wanted. ਤੁਸੀਂ ਸੁਣਿਆ ਹੋਵੇਗਾ wanted criminal ਹੈ। ਇੱਥੇ wanted third form ਹੋ ਜਾਂਦੀ ਹੈ। wanted ਮਤਲਬ ਜਿਹਦੀ ਲੋੜ ਹੈ, ਕਿਸੇ ਦੁਆਰਾ ਜਿਹਦੀ ਲੋੜ ਹੈ, wanted ਹੈ ਉਹ। ਇਹ ਸੁਣਿਆ ਹੋਏਗਾ ਨਾ ਵੀ ਇਹ ਬੰਦਾ wanted ਹੈ, ਕ੍ਰਿਮੀਨਲ ਹੈ, ਤਾਂ ਉਹਦੀ ਫੋਟੋਜ਼ ਲੱਗੀ ਹੋਣਗੇ, ਉੱਪਰ ਲਿਖਿਆ ਹੁੰਦਾ wanted, ਤਾਂ ਉਹ ਥਰਡ ਫਾਰਮ ਹੁੰਦੀ ਹੈ। wanted ਮਤਲਬ ਇਹਦੀ ਕਿਸੇ ਨੂੰ ਮਤਲਬ ਪੁਲਿਸ ਦੁਆਰਾ ਇਹਨੂੰ ਲੱਭਿਆ ਜਾ ਰਿਹਾ ਹੈ ਨਾ। wanted ਹੈ ਇਹ, ਕਿ ਪੁਲਿਸ ਚਾਹੁੰਦੀ ਹੈ ਕਿ ਇਹਨੂੰ ਲੱਭਿਆ ਜਾਵੇ। ਸੋ ਉਹਨੂੰ ਅਸੀਂ wanted criminals ਕਹਿੰਦੇ ਆ ਵੀ ਇਹਨਾਂ ਦੀ ਪੁਲਿਸ ਨੂੰ ਇਹਨਾਂ ਨੂੰ ਲੱਭਣ ਦੀ ਲੋੜ ਹੈ, ਪੁਲਿਸ ਦੁਆਰਾ ਇਹ ਲੱਭੇ ਜਾ ਰਹੇ ਨੇ, wanted. So use means इस्तेमाल करना, use, used, used. Understand means समझना, understand, understood, understood. Underestimate मतलब किसी चीज ਨੂੰ गलत घट आंकना, घट, underestimate करना. Underestimated, underestimated. Vanish means गायब हो जाना, disappear हो जाना. Vanished, vanished. Like ਅਸੀਂ ਕਹਿੰਦੇ ਆ ਕਿ ਮੈਂ ਜਦੋਂ ਸ਼ਰਟ ਨੂੰ ਡਿਟਰਜੈਂਟ ਨਾਲ ਵਾਸ਼ ਕੀਤਾ ਤਾਂ ਉਹਦੇ ਸਪੌਟਸ ਜਿਹੜੇ ਆ ਵੈਨਿਸ਼ ਹੋ ਗਏ, ਗਾਇਬ ਹੋ ਗਏ, ਹੈ ਨਾ, ਡਿਸਅਪੀਅਰ ਹੋ ਗਏ। ਵਿਜ਼ਿਟ ਕਿਸੇ ਨੂੰ ਮਿਲਣਾ, ਕਿਤੇ ਕੋਈ ਚੀਜ਼ ਜਗ੍ਹਾ ਨੂੰ ਦੇਖਣ ਜਾਣਾ। ਲਾਈਕ ਆਈ ਵਿਜ਼ਿਟਡ ਆਗਰਾ। ਵਿਜ਼ਿਟ, ਵਿਜ਼ਿਟਡ, ਵਿਜ਼ਿਟਡ। ਵੈਲਿਊ ਮੀਨਸ ਕਿਸੇ ਚੀਜ਼ ਨੂੰ ਕੀਮਤ ਦੇਣਾ, ਕੋਈ ਮੁੱਲ ਦੇਣਾ, ਵੈਲਿਊਡ, ਵੈਲਿਊਡ। ਵਿਸ਼ ਕਿਸੇ ਚੀਜ਼ ਦੀ ਚਾਹ ਕਰਨਾ, ਵਿਸ਼ਡ, ਵਿਸ਼ਡ। वर्क मीन्स काम करना, वर्कड, वर्कड। वॉन्डर मीन्स घूमना इधर उधर।
wandered, wandered. Walk means turna, walked, walked. Want means chahna, wanted, wanted. Any questions to ask? Good afternoon, ma'am. Good afternoon. Ma'am, please repeat the meaning of underestimate. ਬੱਚੇ underestimate ਦੇਖੋ estimate ਹੁੰਦਾ ਆਪਾਂ ਕਹਿੰਦੇ ਆ ਕਿੰਨਾ ਕੁ ਖਰਚਾ ਆਏਗਾ ਇਹਦਾ ਅੰਦਾਜ਼ਾ ਲਗਾ ਲਓ, ਉਹਨੂੰ ਅਸੀਂ ਕਹਿੰਦੇ ਆ estimate ਕਹਿੰਦੇ ਆ ਨਾ। underestimate ਹੁੰਦਾ ਜਦੋਂ ਅਸੀਂ ਕਿਸੇ ਨੂੰ ਨਾ ਕਹਿੰਦੇ ਆ ਕਿ ਇਹਦੀ ਉਨੀ ਵੈਲਿਊ, ਜਿਵੇਂ ਮੈਂ ਜਿਵੇਂ ਕੋਈ ਬੱਚਾ ਹੈ, ਮੈਂ ਉਹਨੂੰ ਕਹਿਤਾ ਕਿ ਇਹ ਬੱਚਾ ਨਾ 50% ਮਾਰਕਸ ਲੈ ਕੇ ਆਏਗਾ, ਬਟ ਉਹ ਬੱਚਾ 80% ਮਾਰਕਸ ਲੈ ਆਂਦਾ, ਤਾਂ ਮੈਂ ਯਾਨੀ ਕਿ ਉਹਨੂੰ ਅੰਡਰਐਸਟੀਮੇਟ ਕੀਤਾ ਸੀ ਉਸ ਬੱਚੇ ਨੂੰ। ਓਕੇ ਮੈਮ। ਮੈਂ ਉਹਦਾ ਗਲਤ ਅੰਦਾਜ਼ਾ ਲਗਾਇਆ, ਮਤਲਬ ਘੱਟ ਅੰਦਾਜ਼ਾ ਲਗਾਇਆ ਸੀ ਨਾ, ਜਿੰਨੀ ਉਹਦੀ ਵਰਥ ਹੈ, ਕਿਸੇ ਚੀਜ਼ ਦੀ ਜਿੰਨੀ ਵਰਥ ਹੁੰਦੀ ਹੈ ਨਾ, ਹਾਂਜੀ ਜਿੰਨੀ ਵੈਲਿਊ ਹੁੰਦੀ, ਮੈਂ ਉਸ ਤੋਂ ਘੱਟ ਉਹਦਾ ਅੰਦਾਜ਼ਾ ਲਗਾਇਆ। ਯੈਸ ਮੈਮ। ਸੋ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ, ਕਈ ਵਾਰ ਅਸੀਂ ਬੱਚੇ ਦੀ ਇੰਟੈਲੀਜੈਂਸ ਨੂੰ, ਉਹਦੇ ਟੈਲੈਂਟ ਨੂੰ ਅੰਡਰਐਸਟੀਮੇਟ ਕਰਦੇ ਹਾਂ। ਅਸੀਂ ਸੋਚਦੇ ਹਾਂ ਨਹੀਂ ਇਹ ਨਹੀਂ ਕਰ ਪਾਏਗਾ, that means we are underestimating his talent or his value or his worth. Yes ma'am. Okay ma'am. ਹਾਂਜੀ, thank you ma'am. ਹਾਂਜੀ, one more question was there. ਇੱਕ ਹੋਰ hand raise ਸੀਗਾ। Okay, ਹਾਂਜੀ 13183 ਹਾਂਜੀ। Good afternoon ma'am. ਹਾਂਜੀ, good afternoon. ਮੈਮ ਜੇ ਆਪਾਂ ਅੰਡਰ ਐਸਟੀਮੇਟ ਦੇ ਨਾਲ ਕੋਈ ਸੈਂਟੈਂਸ ਬਣਾਉਣਾ ਹੋਵੇ ਤਾਂ ਆਪਾਂ ਐਦਾਂ ਬਣਾਵਾਂਗੇ, ਡੋਂਟ ਅੰਡਰ ਐਸਟੀਮੇਟ ਮੀ, ਜਾਂ ਫਿਰ ਡੋਂਟ ਅੰਡਰ ਐਸਟੀਮੇਟ ਅਬਾਊਟ ਮੀ? ਨਹੀਂ, ਡੋਂਟ ਅੰਡਰ ਐਸਟੀਮੇਟ ਮੀ। ਓਕੇ ਮੈਮ। ਹਾਂ, ਲਾਈਕ ਅਸੀਂ ਇੱਕ ਡਾਇਲੌਗ ਸੀ ਬੜਾ ਫੇਮਸ, ਡੋਂਟ ਅੰਡਰ ਐਸਟੀਮੇਟ ਦੀ ਪਾਵਰ ਆਫ ਅ ਕਾਮਨ ਮੈਨ। ਹਾਂਜੀ, ਹੈ ਨਾ, ਅੰਡਰ ਐਸਟੀਮੇਟ। ਹਾਂਜੀ, ਓਕੇ ਮੈਮ, ਥੈਂਕ ਯੂ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਮ ਜਿਸ ਤਰ੍ਹਾਂ ਅੰਡਰਐਸਟੀਮੇਟ ਹੋ ਗਿਆ, ਕਿਸੇ ਦਾ ਘੱਟ ਅੰਦਾਜ਼ਾ ਲਗਾਉਣਾ, ਤੇ ਜਦੋਂ ਮਤਲਬ ਕਿ ਅੰਦਾਜ਼ੇ ਤੋਂ ਕੁਝ ਜ਼ਿਆਦਾ ਕਿਸੇ ਤੋਂ ਉਮੀਦ ਰੱਖੀਏ ਤੇ ਫਿਰ ਕੀ ਹੋਏਗਾ? ਓਵਰ ਐਸਟੀਮੇਟ, ਉਹਨੂੰ ਓਵਰ ਐਸਟੀਮੇਟ ਕਰਾਂਗੇ। ਓਵਰ ਐਸਟੀਮੇਟ? ਹਾਂਜੀ, ਓਵਰ ਐਸਟੀਮੇਟ ਇਕੱਠਾ ਹੀ ਆਏਗਾ, OVERESTIMATE, ਓਵਰ ਐਸਟੀਮੇਟ। ਓਕੇ, ਓਵਰ ਐਸਟੀਮੇਟ, ਓਵਰ ਐਸਟੀਮੇਟਡ, ਓਵਰ ਐਸਟੀਮੇਟਡ। ਓਵਰ ਐਸਟੀਮੇਟ। ਓਕੇ, ਥੈਂਕ ਯੂ। ਹੈ ਨਾ ਬਈ, ਸਾਨੂੰ ਲੱਗਦਾ ਹੈ ਕਿ 90% ਲੈ ਗਿਆ, ਮਾਰਕਸ ਨਹੀਂ ਕੋਈ ਹੋਰ ਚੀਜ਼ ਹੈ, ਵੀ ਇਹਨੇ ਪੱਕਾ ਇਹ ਕੰਮ ਕਰ ਜਾਣਾ ਹੈ, ਬਟ ਉਹ ਕੰਮ ਨਹੀਂ ਕਰ ਪਾਇਆ, ਉਹਦੀ ਉਨੀ ਵਰਥ ਨਹੀਂ ਸੀਗੀ, ਹੈ ਨਾ, ਤਾਂ ਅਸੀਂ ਇਹਦਾ ਮਤਲਬ ਉਹਨੂੰ ਓਵਰ ਐਸਟੀਮੇਟ ਕੀਤਾ। ਓਕੇ ਮੈਮ, ਠੀਕ ਹੈ, ਥੈਂਕ ਯੂ ਮੈਮ। ਹਾਂਜੀ, ਓਕੇ। ਹਾਂਜੀ, ਕਮਲਜੀਤ ਕੌਰ। ਹਾਂਜੀ, ਅੰਡਰਸਟੈਂਡ। ਹਾਂਜੀ, ਅੰਡਰਸਟੈਂਡ ਦਾ ਮਤਲਬ ਹੁੰਦਾ ਸਮਝਣਾ, ਸਮਝਣਾ। ਜਿਵੇਂ ਅਸੀਂ ਕਹਿਣਾ ਹੋਵੇ, this child understands whatever I say. ਇਹ ਬੱਚਾ ਸਾਰਾ ਕੁਝ ਸਮਝ ਜਾਂਦਾ ਹੈ ਜੋ ਮੈਂ ਕਹਿੰਦੀ ਹਾਂ। this child understands whatever I say. ਹੈ ਨਾ, ਇਹ ਬੱਚਾ ਸਾਰਾ ਕੁਝ ਸਮਝ ਜਾਂਦਾ ਹੈ ਜੋ ਮੈਂ ਕਹਿੰਦੀ ਹਾਂ। ਜਿਵੇਂ ਟੀਚਰ ਵੀ ਤੁਹਾਨੂੰ ਕੀ ਕਹਿੰਦੇ, have you understood? ਕੀ ਤੁਹਾਨੂੰ ਸਮਝ ਆ ਗਈ ਹੈ? have you understood? did you understand? ਸਮਝਣਾ, ਕਿਸੇ ਚੀਜ਼ ਦੀ ਸਮਝ ਆ ਜਾਣੀ, ਉਹਨੂੰ ਅਸੀਂ ਕਹਿੰਦੇ ਆ ਅੰਡਰਸਟੈਂਡ। ਠੀਕ ਹੈ, ਦੇਖਣ ਨੂੰ ਲੱਗਦਾ ਹੈ ਅੰਡਰਸਟੈਂਡ ਕੁਝ ਹੋਰ ਹੋਏਗਾ, ਸਟੈਂਡ ਅੰਡਰ ਨੋ, ਇਹਦਾ ਮਤਲਬ ਸਮਝਣਾ, ਕਿ I have understood the concept, ਮੈਨੂੰ ਇਹ concept ਸਮਝ ਆ ਗਿਆ ਹੈ। Have you understood, Kamaljeet? Yes ma'am. ਹਾਂਜੀ, ਹਾਂਜੀ, next ਅਵਨੀਤ ਕੌਰ। ਮੈਮ ਇੱਥੇ ਜੋ ਵਾਂਡਰ ਹੈ, ਮੈਮ ਵਾਂਡਰ, ਮੈਮ ਇਹ ਫਿਰਨਾ ਹੁੰਦਾ ਵਾ? ਹਾਂ ਬੱਚੇ, ਐਵੇਂ ਹੀ ਤੁਰੇ ਫਿਰਨਾ, ਐਵੇਂ ਹੀ, ਲਾਈਕ ਕੋਈ ਗਲੀ ਚ ਐਵੇਂ ਘੁੰਮ ਰਿਹਾ, ਅਸੀਂ ਕਹਿੰਦੇ he is wandering in the streets. ਓਕੇ ਮੈਮ, ਥੈਂਕ ਯੂ। Okay, then we'll move to our next topic, and that was non-finites. Okay, एक बार असी recall कर लीजिए. There are 3 types of non-finite verbs. First is the infinitive, जो असी कल किया सी, the participle and the gerund. The infinitive, the participle, the gerund. ਇਨਫਿਨਿਟਿਵ ਅਸੀਂ ਕੱਲ ਕੀਤਾ ਸੀਗਾ, ਜਿਹੜੇ ਵਰਡਸ ਜਿਹਦੇ ਵਿੱਚ ਟੂ ਦੇ ਨਾਲ ਵਰਬ ਦੀ ਫਰਸਟ ਫਾਰਮ ਹੋਵੇ,
or there is first form of verb but that doesn't change with person or time or number. यही ਅਸੀਂ ਕੀਤਾ ਸੀ ਨਾ, ਜਿਵੇਂ ਅਸੀਂ ਕੀਤਾ ਸੀ I like to sing, she likes to sing, they like to sing. She made me cry, she made me laugh, they made me laugh, he made me laugh. सो ਉੱਥੇ ਕੀ ਹੈ, ਅਸੀਂ verb ਦੀ first form use ਕੀਤੀ ਹੈ ਕਿਉਂਕਿ verb ਹੈ, non finites verb ਨੇ ਔਰ ਇਹ verb ਜਿਹੜੇ ਉਹਦੇ ਵਿੱਚ infinitive ਉਹ ਹੁੰਦੇ ਹੈ ਜਿਹਦੇ ਵਿੱਚ first form of verb ਲੱਗਦੀ ਹੈ either with to ਔਰ ਜਿਹਦੇ ਨਾਲ to ਨਹੀਂ ਲੱਗਦਾ ਉਹਨੂੰ ਅਸੀਂ bare infinitive ਕਹਿੰਦੇ ਹਾਂ. Today we will do the second kind of non finite verb and that is the participle. The participle. ਹੁਣ participle ਕੀ ਹੁੰਦੇ ਹੈ? A participle is a form of verb which works as an adjective and a verb. जो verb ਦਾ ਵੀ ਕੰਮ ਕਰਦਾ ਹੈ और adjective ਦਾ ਵੀ ਕੰਮ ਕਰਦਾ ਹੈ. किस तरह? I'll tell you. ये किस तरह verb ਦਾ ਵੀ ਕੰਮ ਕਰਦਾ है, adjective ਦਾ ਵੀ ਕੰਮ करता है. Like there are 3 kinds of participle. The present participle, the past participle and the perfect participle. तो पहले तुसी सिर्फ इन्ना याद रखो जेड़ा infinitive है ਉਹਦੇ ਵਿੱਚ verb ਦੀ first form है to ਦੇ ਨਾਲ और without to भी. ਹੁਣ ਇੱਥੇ ਕੀ ਹੈ, participle ਉਹ verb ਹੈ ਜਿਹਦੇ ਵਿੱਚ ਉਹ verb ਦਾ ਵੀ ਕੰਮ ਕਰ ਰਹੀ ਹੈ और adjective ਦਾ ਵੀ ਕੰਮ ਕਰ ਰਹੀ ਹੈ. ਹੁਣ ਉਹ ਕਿਸ ਤਰ੍ਹਾਂ ਕਰੀਏ, we'll take some examples. But first of all, we'll do, there are 3 kinds of participle. 3 ਤਰ੍ਹਾਂ ਦੇ ਹੁੰਦੇ हैं. So first is the present participle. We'll do that. Present participle ਕੀ ਹੁੰਦਾ ਹੈ? It is formed, ਇਹਨੂੰ ਬਸ ਯਾਦ ਰੱਖਣ ਦਾ ਇੱਕ ਤਰੀਕਾ ਹੈ ਕਿ ing ਲੱਗਿਆ ਹੋਏਗਾ. Like read, reading, put, putting. Spelling change ਹੋ ਜਾਂਦੇ हैं, putting PUTT ਆ ਜਾਂਦਾ ਹੈ. ਇਹਦੇ ਵਿੱਚ ਕੀ ਹੁੰਦਾ ਹੈ, verb ਦੀ first form ਦੇ ਨਾਲ ing ਲੱਗਿਆ ਹੁੰਦਾ ਹੈ. ਹੁਣ ਤੁਸੀਂ ਕਹੋਗੇ she is reading, ਤਾਂ ਕੀ ਇਹ non finite ਹੈ? she is reading ਨਹੀਂ, ਉਹ ਇਸ ਲਈ ਨਹੀਂ ਹੈ ਕਿਉਂਕਿ ਉਹ ਸਿਰਫ verb ਹੈ. ਬਟ ਇੱਥੇ ਜਿਹੜਾ reading ਹੈ ਨਾ participle ਦੇ ਵਿੱਚ ਉਹ adjective ਦਾ ਵੀ ਕੰਮ ਕਰ ਰਿਹਾ and verb ਦਾ ਵੀ ਕੰਮ ਕਰ ਰਿਹਾ. ਬਸ you have to keep this thing in mind. The present ਜਿਹੜੇ participles ਹੁੰਦੇ हैं ਇਹ verb ਤਾਂ ਹੁੰਦੇ ਹੀ हैं but simultaneously they work as an adjective also. ਕਿਵੇਂ? Don't board a moving train. Don't board. Board ਹੁੰਦਾ ਚੜਨਾ. Board means ਚੜਨਾ, ਬੱਸ ਤੇ ਚੜਨਾ. ਅਸੀਂ ਉਹਨੂੰ ਕੀ ਕਹਿੰਦੇ ਹਾਂ? Board. To board a train means train ਤੇ ਚੜਨਾ. To board a bus means बस ते चढ़ना. ठीक है. मूविंग ट्रेन दे विच, मूविंग ट्रेन मतलब चलदी होई ट्रेन दे विच कदे भी ना चढ़ो या डोंट बोर्ड अ मूविंग बस. हुण इत्थे मूविंग की है? मूविंग वर्ब है बट ये एडजेक्टिव दा काम भी कर रहा है. हुण तुहानू सब तो पहले एडजेक्टिव पता होना चाहिए की है. एडजेक्टिव मीन्स अ वर्ड दैट डिस्क्राइब्स अ नाउन, जो नाउन नू डिस्क्राइब करता है. Now a train, केड़ी train? Moving train. समझ रहे हो ना? केड़ी train? Moving train. So इत्थे moving जेड़ा है verb तो है ही है, move ing moving. चलदी होई, केड़ी train? चलदी होई. यानी moving is actually acting as a verb as well as an adjective. इनू याद रखन दा यही तरीका है. जिवें अगर मैं क्या she is moving, वो हिल रही है, इत्थे की है सिंपल वर्ब है नाल ing लग्या होया है. बट मूविंग ट्रेन दे विच मूविंग की है, इट इज अ नॉन फिनाइट वर्ब, इट इज पार्टिसिपल. ये पार्टिसिपल है. केड़ा पार्टिसिपल है? प्रेजेंट पार्टिसिपल है जिहदे विच वर्ब दे नाल ing लगदा है और ये एडजेक्टिव दा भी काम कर रहा है. देखो हुण तुसीं ध्यान नाल देखो, जिन्हां बच्चियां ने एडजेक्टिव चंगी तरह कीते उन्हां नूं फटाफट समझ आ जाएगा. केड़ी ट्रेन? मूविंग ट्रेन. मान लो असी क्या? ब्लैक ट्रेन, रेड ट्रेन. वो एडजेक्टिव है ना, ब्लैक है या रेड है. असी क्या? डर्टी ट्रेन, गंदी जी.
dirty की adjective है। moving train मतलब चलदी हुई, but इत्थे moving verb भी है। move दे नाल असी ing लगाया। don't board a moving train। next, this is an exciting story। ਆਪਾਂ ਕਹਿੰਦੇ ना interesting story, exciting story, बड़ी exciting story है। exciting ਹੁੰਦੀ ਜਿਹੜੀ ਤੁਹਾਨੂੰ ਬੜੀ excitement ਦਿੰਦੀ ਹੈ ਵੀ ਹੁਣ ਕੀ ਹੋਏਗਾ, ਹੁਣ ਕੀ ਹੋਏਗਾ, ਤੁਸੀਂ excite ਹੋ ਜਾਂਦੇ ਹੋ। so ਕਿੱਦਾਂ ਦੀ story? exciting story। so here exciting is a verb but it is working as an adjective। so this is present participle, यानी verb ਦੀ first form ਦੇ ਨਾਲ ing ਲੱਗਿਆ ਹੋਇਆ। excite ਦੇ ਨਾਲ ing ਲੱਗਿਆ, यानी कि ਤੁਹਾਨੂੰ verb ਦੀ forms भी पता होनियां चाहिए, and you should also know what is an adjective, and ਉਸ ਤੋਂ ਬਾਅਦ ਤੁਹਾਨੂੰ ਬੜੇ easily समझ आ जाएगा। बच्चे बहुत इंटरेस्टिंग है, कोई ਇਹਦੇ ਵਿੱਚ ਔਖਾ नहीं है। ਤੁਹਾਨੂੰ concepts ਜਿਹੜੇ ਨਾ clear ਹੋਣੇ ਚਾਹੀਦੇ, ਤੁਹਾਨੂੰ adjectives पता होने चाहिए, ਤੁਹਾਨੂੰ verbs पता होने चाहिए ਕੀ ਹੈ ਸਭ ਤੋਂ ਪਹਿਲੇ ਤਾਂ, ठीक है। then it would become very easy to understand, okay। coming events cast their shadows before। एक ही एक proverb है, ਇਹਦਾ मतलब ਹੁੰਦਾ ਹੈ ਬਈ ਜਿਹੜੇ ਆਉਣ ਵਾਲੀਆਂ ਜਿਵੇਂ ਕਹਿੰਦੇ ਨਾ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, यानी coming events cast their shadows before। एक proverb है ਜਿਹਨੂੰ ਹਿੰਦੀ ਚ ਕਹਿੰਦੇ ਆ पूत के पैर पालने में ही दिख जाते हैं, मतलब जिन्हें कोई ਵੱਡਾ ਕੰਮ ਕਰਨਾ ਹੁੰਦਾ ਨਾ ਉਹਦਾ ਬਚਪਨ ਚ ਹੀ ਪਤਾ ਚੱਲ ਜਾਂਦਾ ਹੈ। ਸੋ ਉਹਨੂੰ ਇੰਗਲਿਸ਼ ਕਹਿੰਦੇ ਆ ਕਮਿੰਗ ਇਵੈਂਟਸ ਕਾਸਟ देयर ਸ਼ੈਡੋਜ਼ ਬਿਫੋਰ। ਆਉਣ ਵਾਲੀ ਇਵੈਂਟਸ ਹੈ ਨਾ ਜਿਹੜੇ ਆਉਣ ਵਾਲੀਆਂ ਘਟਨਾਵਾਂ ਆਪਣੀਆਂ ਸ਼ੈਡੋਜ਼ ਪਹਿਲੇ ਹੀ ਦੇਣੀਆਂ ਸ਼ੁਰੂ ਕਰ ਦਿੰਦੀਆਂ ਕਿ ਕੁਝ ਵੱਡਾ ਹੋਣ ਵਾਲਾ ਹੈ। ਸੋ ਕਮਿੰਗ ਇਵੈਂਟਸ ਹੁੰਦੀਆਂ ਘਟਨਾਵਾਂ, ਨਾउन ਹੈ। ਕਮਿੰਗ ਇਵੈਂਟਸ मतलब ਆਉਣ ਵਾਲੇ ਇਵੈਂਟਸ। ਕਿਹੜੇ ਇਵੈਂਟਸ? ਆਉਣ ਵਾਲੇ ਇਵੈਂਟਸ। ਸੋ ਕਮਿੰਗ ਇਜ਼ ਐਡਜੈਕਟਿਵ बट एक्चुअली कमिंग की वर्ब है, कम, केम, कम। सो कम दे नाल ing लगे, इन्हां दी पछाण इस तरह होंदी। कमिंग इवेंट्स कास्ट देयर शैडोज बिफोर। शी केप्ट मी क्राइंग, ਉਹਨੇ ਮੈਨੂੰ ਰਵਾਈ ਰੱਖਿਆ। शी केप्ट मी क्राइंग। ਹੁਣ ਇੱਥੇ ਕੀ ਹੈ देखो, शी केप्ट मी क्राइंग। ਹੁਣ ਇੱਥੇ क्राइंग ਜਿਹੜਾ ਹੈ, ਹੁਣ ਤੁਸੀਂ ਕਹੋਗੇ ਨਾ ਇਹ ਐਡਜੈਕਟਿਵ ਕਿਵੇਂ? ਉਹਨੇ ਮੈਨੂੰ ਰੱਖਿਆ, ਉਹਨੇ ਮੈਨੂੰ ਹੈ ਨਾ, she kept me crying, ਮੈਨੂੰ ਰੱਖਿਆ, ਤੇ ਮੈਂ ਇੱਥੇ ਪ੍ਰੋਨਾउन ਹੈ ਤੇ ਮੈਨੂੰ ਕੀ ਡਿਸਕ੍ਰਾਈਬ ਕਰ ਰਿਹਾ ਹੈ? crying ਐਡਜੈਕਟਿਵ ਹੈ, ਠੀਕ ਹੈ। ਉਹਨੇ ਮੈਨੂੰ ਕਿੱਦਾਂ ਰੱਖਿਆ? crying, ਯਾਨੀ ਕਿ ਮੈਨੂੰ ਡਿਸਕ੍ਰਾਈਬ ਕਰ ਰਿਹਾ ਨਾ crying, ਮੈਂ ਕਿੱਦਾਂ ਦੀ ਸੀ? crying, ਰੋਂਦੀ ਹੋਏ ਰੱਖਿਆ ਉਹਨੇ ਮੈਨੂੰ ਰਵਾਈ ਰੱਖਿਆ, ਯਾਨੀ ਇੱਥੇ crying ਜਿਹੜਾ ਉਹ me ਨੂੰ ਡਿਸਕ੍ਰਾਈਬ ਕਰ ਰਿਹਾ। so she kept me crying, cry ਦੇ ਨਾਲ ing ਲੱਗਿਆ ਹੋਇਆ। the man, ਹੁਣ ਇੱਕ ਹੋਰ ਮੈਂ ਹੋਰ ਤਰੀਕੇ ਨਾਲ ਯੂਜ਼ ਕੀਤਾ ਇਹਨੂੰ। the man standing at the door is my uncle। ਜਿਹੜਾ ਬੰਦਾ ਦਰਵਾਜ਼ੇ ਤੇ ਖੜਾ ਹੈ, ਕਿਹੜਾ ਬੰਦਾ? ਜਿਹੜਾ ਦਰਵਾਜ਼ੇ ਤੇ ਖੜਾ ਹੈ। ਹੁਣ the man standing at the door ਕੀ ਹੈ? ਉਸ man ਨੂੰ ਡਿਸਕ੍ਰਾਈਬ ਕਰ ਰਿਹਾ, ਜਿਹੜਾ ਸਟੈਂਡਿੰਗ ਵਰਡ ਹੈ ਨਾ, ਕਿਹੜਾ ਬੰਦਾ? ਜਿਹੜਾ ਖੜਾ ਹੈ। so it is present participle। simple ਨਿਸ਼ਾਨੀ ਇਹ ਹੈ ਕਿ verb ਦੀ first form ਦੇ ਨਾਲ ing ਹੈ, but ਇਹ ਨਾਲ adjective ਦਾ ਕੰਮ ਵੀ ਕਰ। the man standing at the door, ਉਹ ਬੰਦਾ ਜਿਹੜਾ ਦਰਵਾਜ਼ੇ ਤੇ ਖੜਿਆ ਹੋਇਆ, ਉਹ ਕੌਣ ਹੈ? is my uncle। so this is present participle। ਇਹ ਸਮਝ ਆ ਗਿਆ ਸਾਰਿਆਂ ਨੂੰ? ਕਿਸੇ ਦਾ ਕੋਈ question ਹੈ? otherwise we'll move on to next kind। हाँ जी मैम, जो द मैन है मतलब कि वो खड़ा, मतलब ਇਹਦੇ ਵਿੱਚ ਐਡਜੈਕਟਿਵ ਦਾ ਕੰਮ ਕਰਨ ਦੇ ਹੈ, मतलब कि ਸਟੈਂਡਿੰਗ मतलब ਖੜਾ ਹੋਇਆ, ਜੋ ਐਡ ਕੀਤਾ ਕੁਝ ਨਾ ਖੜਿਆ ਹੋਇਆ। ਤੁਸੀਂ ਏਦਾਂ ਪੰਜਾਬੀ ਚ ਕਰਕੇ ਦੇਖਦੇ ਹੋ ਨਾ, ਖੜਿਆ ਹੋਇਆ, ਜਿਹੜਾ ਖੜਿਆ ਹੋਇਆ ਉਹ ਮੈਂ। ਹੁਣ ਇਹ ਸਟੈਂਡਿੰਗ ਕੀ ਹੈ? ਉਹਨੂੰ ਡਿਸਕ੍ਰਾਈਬ ਕਰ ਰਿਹਾ ਨਾ, ਮੈਨ। ਕਿਹੜਾ ਮੈਨ? ਸਟੈਂਡਿੰਗ ਮੈਨ, ਹਾਂਜੀ, ਹੈ ਨਾ, ਸਟੈਂਡਿੰਗ ਮੈਨ, ਠੀਕ ਹੈ ਨਾ। ਹੁਣ ਤੁਹਾਨੂੰ ਜਿਵੇਂ ਮੰਨ ਲਓ ਨਾ ਪਤਾ ਚੱਲੇ ਕਿ ਇਹ ਕੀ ਹੈ, ਤਾਂ ਤੁਸੀਂ ਏਦਾਂ ਸੋਚ ਸਕਦੇ ਹੋ ਕਿਹੜਾ ਵਾਲਾ ਬੰਦਾ? ਜਿਹੜਾ ਖੜਿਆ ਹੋਇਆ। ਹੁਣ ਸਟੈਂਡ ਐਕਚੁਅਲੀ ਵਰਬ ਹੈ, ਇਹਦੇ ਨਾਲ ਅਸੀਂ ing ਲਗਾਇਆ, ਪਰ ਸਟੈਂਡ ਇਜ਼ ਐਕਚੁਅਲੀ ਡਿਸਕ੍ਰਾਈਬਿੰਗ ਦ ਮੈਨ। ਹਾਂਜੀ, ਮੈਨ ਨੂੰ ਡਿਸਕ੍ਰਾਈਬ ਕਰ ਰਿਹਾ ਨਾ, ਤਾਂ ਫਿਰ ਉਹ ਪ੍ਰੈਜ਼ੈਂਟ ਪਾਰਟਿਸਿਪਲ। ਓਕੇ।
ਐਂਡ ਮੈਮ ਅਸੀਂ ਮਤਲਬ ਕਿ ਕੱਲ ਜੇ ਤੁਸੀਂ ਸਮਝਾਇਆ ਕਿ ਮਤਲਬ ਕਿ ਇਹਦਾ ਜਿਹੜਾ ਅੱਗਿਓਂ ਕੁਝ ਵੀ ਮਤਲਬ ਕਿ ਚੇਂਜ ਨਹੀਂ ਹੁੰਦਾ, ਭਾਵੇਂ ਹੀ ਲੱਗ ਜੇ, ਸ਼ੀ ਲੱਗ ਜੇ, ਸ਼ੀ ਕੈਪਟ ਮੀ ਕਰਾਈਂਗ, ਹਨਾ। ਤੇ ਇੱਥੇ ਜੇ ਇਸ ਤਰ੍ਹਾਂ ਆ ਗਿਆ ਸ਼ੀ ਕੀਪ ਮੀ ਕਰਾਈਂਗ, ਤੇ ਇਹ ਵੀ ਇਹੀ ਆਏਗਾ, ਕੀਪ ਆ ਜਾਏਗਾ ਇਹਦੀ। ਹਾਂ, she keeps me crying, ਉਹ she keeps, ਅਗਰ ਮੰਨ ਲਓ ਤੁਸੀਂ ਹਾਂਜੀ, present she ਚ change keeps, ਕਰਦੇ ਹੋ, she ਹਾਂਜੀ keeps she me keeps, crying, ਫਿਰ keeps ਜਿਹੜਾ ਹੈ ਉਹ ਤਾਂ finite verb ਹੈ, ਉਹ ਤਾਂ simple verb ਹੈ, ਸਾਨੂੰ ਪਤਾ ਹੈ। ਹੁਣ ਹਾਂਜੀ crying ਕੀ ਹੈ, non finite ਹੈ, participle ਹੈ, present participle। ਸੇਮ ਰਹੇਗਾ, ਸੇਮ ਹਾਂਜੀ ਰਹੇਗਾ ਬੱਚੇ। she keeps, ਉਹ ਹਾਂਜੀ ਮੈਨੂੰ ਹਾਂਜੀ ਰਵਾਈ ਰੱਖਦੀ ਹੈ, she keeps me crying, ਉਹ ਮੈਨੂੰ ਰਵਾਈ ਰੱਖੇਗੀ, she will keep me crying, crying ਉਦਾਂ ਹੀ ਰਹੇਗਾ। ਹਾਂਜੀ ਅਗਰ ਓਕੇ ਅਸੀਂ ਅਗਰ ਅਸੀਂ ਇਹਨੂੰ ਕਹਿੰਦੇ ਆ ਤਾਂ ਪਲੂਰਲ ਬਣਾਓ, ਮੈਂ ਤੁਹਾਨੂੰ ਇੱਕ ਟਾਸਕ ਦਿੰਦੀ ਆ ਕਿ she kept me crying ਦਾ ਪਲੂਰਲ ਬਣਾਓ, she ਦਾ they ਹੋ ਜਾਏਗਾ, ਹਾਂਜੀ ਦੇ, ਤਾਂ ਮੈਂ ਲਿਖਾਂਗੀ they kept us crying, ਉਦਾਂ ਹੀ ਰਹੇਗਾ, crying ਉਦਾਂ ਹੀ ਰਹੇਗਾ, ਇਹ ਨਹੀਂ ਚੇਂਜ ਹੁੰਦਾ, ਹੈ ਨਾ। ਸੋ ਮਤਲਬ ਇਹਦਾ ਨੰਬਰ ਦੇ ਉੱਤੇ, ਪਰਸਨ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ, ਇਹਦੀ ਮਤਲਬ ਇਹਦੀ ਪਛਾਣ ਹੀ ਇਹੀ ਹੈ ਕਿ ਨੰਬਰ ਪਰਸਨ ਦੇ ਨਾਲ ਇਹਦੇ ਤੇ ਕੋਈ ਫਰਕ ਨਹੀਂ। ਪਲੂਰਲ ਜਿਸ ਤਰ੍ਹਾਂ ਪੰਜਾਬੀ ਬਣ ਜਾਏਗੀ ਕਿ ਉਹ ਸਾਨੂੰ ਰਵਾਈ ਰੱਖਦੇ ਹਨ, ਹਾਂ ਰੱਖਦੇ ਹਨ ਸਨ ਰਵਾਈ ਜਿਹੜਾ ਉਹ ਕਰਾਈਂਗ ਹੀ ਰਿਹਾ ਨਾ। ਹਾਂਜੀ ਠੀਕ ਹੈ ਨਾ। ਜਿਵੇਂ ਅਸੀਂ ਕਰੇ, ਜਿਵੇਂ ਇਹਨੂੰ ਮੈਂ ਕਿਹਾ ਪਲੂਰਲ ਬਣਾ ਦੋ, this is an exciting story, ਤਾਂ ਅਸੀਂ ਕੀ ਕਵਾਂਗੇ, these are exciting stories ਜਿਹੜਾ ਨਾਉਨ ਹੈ ਤਾਂ ਚੇਂਜ ਹੋਏਗਾ, these is ਦਾ ਕੀ ਹੋ ਜਾਏਗਾ, are ਹੋ ਜਾਏਗਾ, ਹਾਂਜੀ ਠੀਕ ਹੈ। exciting ਹੀ ਰਹੇਗਾ, ਹਾਂਜੀ ਓਕੇ ਠੀਕ ਹੈ, ਥੈਂਕ ਯੂ ਮੈਮ ਇਹ ਤਾਂ ਮੈਨੂੰ ਸਮਝ ਲੱਗ ਗਿਆ ਮੈਮ ਇੱਥੇ ਤੱਕ, ਬਟ ਮੈਮ ਇੱਕ ਡਾਊਟ ਸੀ ਮੈਮ, ਜਿੱਦਾਂ ਇਹ ਸੈਂਟੈਂਸ ਹੈ she kept me crying, ਮੈਮ ਇਹ ਪ੍ਰੈਜ਼ੈਂਟ ਪਾਰਟੀਸਿਪਲ ਹੈ ਮੈਮ, ਬਟ ਇੱਥੇ kept ਮੈਮ ਸੈਕਿੰਡ ਫਾਰਮ ਹੈ ਬੱਚੇ। ਆਪਾਂ crying ਦੇਖਣਾ ਹੈ ਨਾ, ਆਪਾਂ crying word ਨੂੰ, kept ਜਿਹੜਾ ਸੈਕਿੰਡ ਫਾਰਮ ਹੈ, ਠੀਕ ਹੈ। ਹਾਂ ਅੱਛਾ ਯੈਸ ਮੈਮ, ਹਾਂਜੀ। ਐਂਡ ਮੈਮ ਫਿਰ ਇਹ ਪ੍ਰੈਜ਼ੈਂਟ ਪਾਰਟੀਸਿਪਲ ਹੈ ਮੈਮ, ਫਿਰ ਕਿੱਦਾਂ ਬੱਚੇ ਇੱਥੇ ਦੇਖੋ, ਤੁਹਾਨੂੰ ਐਗਜ਼ਾਮ ਵਿੱਚ ਆਏਗਾ she kept me crying, ਮੰਨ ਲਓ ਸੈਂਟੈਂਸ ਆਇਆ she kept me crying ਦੇ ਵਿੱਚੋਂ non finite verb ਲੱਭੋ ਤੇ ਉਹਦੀ ਟਾਈਪ ਵੀ ਦੱਸੋ। ਯੈਸ ਮੈਮ। ਤਾਂ kept ਜਿਹੜਾ ਹੈ, kept ਤਾਂ ਚੇਂਜ ਹੋ ਸਕਦਾ ਅਗਰ ਅਸੀਂ ਮੰਨ ਲਓ ਇਹਨੂੰ ਚੇਂਜ ਕਰੀਏ, ਪਲੂਰਲ ਚ ਕਰੀਏ, ਜੋ ਵੀ ਮਰਜ਼ੀ ਕਰੀਏ। ਹੁਣ ਮੰਨ ਲਓ ਇਹ ਟੈਂਸ ਕਿਹੜਾ ਹੈ, ਟੈਂਸ ਪਾਸਟ ਟੈਂਸ ਹੈ ਬੱਚੇ, tense past indefinite tense है, we are not talking about tenses, tense past tense है, she kept me crying, ये past tense है, but इस past tense ਦੇ ਵਿੱਚ she की है pronoun है, kept की है verb है, second form of verb है, me is also pronoun, crying is also a verb, but crying की है non finite verb है। yes ma'am, okay, ठीक है। हाँ, और अगर ਤੁਹਾਨੂੰ ਇਹ non finite है, ਹੁਣ ਤੁਹਾਨੂੰ ਇਹਦੀ ਟਾਈਪ ਪੁੱਛੀ ਜਾਵੇ ਤਾਂ ਟਾਈਪ ਜਿਹੜੀ ਹੈ ਉਹ ਪ੍ਰੈਜ਼ੈਂਟ ਪਾਰਟਿਸਿਪਲ ਹੈ, ਸੈਂਟੈਂਸ ਟਾਈਪ ਫਿਊਚਰ ਹੋਵੇ, ਪ੍ਰੈਜ਼ੈਂਟ ਹੋਵੇ, ਪਾਸਟ ਹੋਵੇ, ਇਹ ਜਿਹੜਾ ਕਰਾਈਂਗ ਹੈ ਇਹ ਪ੍ਰੈਜ਼ੈਂਟ ਪਾਰਟਿਸਿਪਲ ਹੈ। ਓਕੇ ਮੈਮ। ਮੈਮ ਲਾਈਕ ਜਿੱਦਾਂ ਆਪਾਂ ਕਹੀਏ ਕਿ ਆਈ ਲਾਈਕ ਬਰਨਿੰਗ ਕੈਂਡਲ, ਬਟ ਏਦਾਂ ਵੀ ਕਹਿ ਸਕਦੇ ਜੇ ਕਹੀਏ ਆਈ ਲਾਈਕ ਦ ਬਰਨਿੰਗ ਕੈਂਡਲ, ਇਹ ਵੀ ਪ੍ਰੈਜ਼ੈਂਟ ਪਾਰਟਿਸਿਪਲ ਹੈ। ਬਿਲਕੁਲ, ਆਈ ਲਾਈਕ ਬਰਨਿੰਗ ਕੈਂਡਲਸ। ਓਕੇ ਮੈਮ, ਬਰਨਿੰਗ ਕੀ ਹੋਏਗਾ, ਕਿਹੜੀਆਂ ਕੈਂਡਲਸ, ਬਰਨਿੰਗ ਬੱਚੇ। ਬਟ ਇੱਥੇ ਦੇਖੋ ਆਈ ਲਾਈਕ ਬਰਨਿੰਗ ਕੈਂਡਲਸ, ਹਾਂ ਠੀਕ ਹੈ, ਇਹ ਪ੍ਰੈਜ਼ੈਂਟ ਪਾਰਟਿਸਿਪਲ ਹੈ। ਓਕੇ ਮੈਮ, ਓਕੇ, ਥੈਂਕ ਯੂ ਮੈਮ। ਓਕੇ ਜੀ, ਹਾਂਜੀ। ਸੋ ਆਈ ਥਿੰਕ ਇਹ ਸਾਰਿਆਂ ਨੂੰ ਕਲੀਅਰ ਹੋ ਜਾਏਗਾ ਬੱਚੇ। ਹਾਂਜੀ, ਹੁਣ ਅਸੀਂ ਮੂਵ ਕਰਦੇ ਹਾਂ ਇਹਦੇ ਸੈਕਿੰਡ ਉਹਦੇ ਵੱਲ। ਇੱਥੇ ਤੱਕ ਆਈ ਥਿੰਕ ਕਿਸੇ ਨੂੰ ਕੋਈ ਡਾਊਟ ਨਹੀਂ ਹੈ, ਅਗਰ ਕੋਈ ਹੈ ਪਲੀਜ਼ ਤੁਸੀਂ ਦੁਬਾਰਾ ਪੁੱਛ ਲਓ। ਓਕੇ, ਨੈਕਸਟ ਇਜ਼, ਓਕੇ ਇੱਕ ਹੋਰ ਹੈ ਇਹਦੇ ਵਿੱਚ, ਸੌਰੀ, the lady wearing a blue sari is the new teacher. The lady wearing a blue sari, ਉਹ lady ਕਿਹੜੀ lady, ਜਿਹਨੇ blue sari wear ਕੀਤੀ ਹੋਈ ਹੈ। ਹੁਣ ਇੱਥੇ wearing ਜਿਹੜਾ verb ਹੈ ਉਹ ਕੀ ਹੈ, wearing a blue sari। ਹੁਣ ਇੱਕ ਫਰੇਜ਼ ਹੀ ਸਮਝ ਲਓ ਜਾਂ ਇਹ ਵਰਡ ਹੈ ਜਿਹੜਾ wearing, ਕਿਹੜੀ ਵਾਲੀ lady ਜਿਹਨੇ blue sari wear ਕੀਤੀ ਹੋਈ ਹੈ, ਇਹ ਸਾਡੀ ਨਿਊ ਟੀਚਰ ਹੈ। ਸੋ moving, exciting, coming, crying, standing, wearing, ਇਹਨਾਂ ਦਾ ਇਸਤੇਮਾਲ in these sentences, these are used as verb as well as an adjective. ਤਾਂ sorry, एक ही है present participle.
कमिंग टू नेक्स्ट द पास्ट पार्टिसिपल। ये तो बहुत ईजी है, तुहानू सारिਆਂ ਨੂੰ पता होएगा। ਅਸੀਂ रोज करते हैं 3 फॉर्म्स ऑफ वर्ब्स। फर्स्ट फॉर्म, सेकंड फॉर्म जिन्हों पास्ट कहते हैं, प्रेजेंट, पास्ट एंड पास्ट पार्टिसिपल जिन्हों ਅਸੀਂ थर्ड फॉर्म ऑफ वर्ब कहते हैं। पास्ट पार्टिसिपल थर्ड फॉर्म ऑफ वर्ब है, बट ये भी एडजेक्टिव दे तरह काम करेगा। समझ रहे हो ना, जो पार्टिसिपल है वो फर्स्ट आईएनजी भी सी, वो भी एडजेक्टिव की तरह काम कर रहे सी। ए भी किवें, आ देखो, द पास्ट पार्टिसिपल इज द थर्ड फॉर्म ऑफ द वर्ब। इन्नी गल तो सानू पता है, बाद असी हुण इहनू यूज किवें कीता देखो जी। फर्स्ट सेंटेंस इज दिस इज अ ब्रोकन कप। केड़ा कप? ब्रोकन कप। केड़ा कप? ब्रोकन। हुण इत्थे ब्रोकन दा मतलब है टुटिया होया। एक ये पास्ट पार्टिसिपल है, इथे थर्ड फॉर्म लगी है। दिस इज अ ब्रोकन कप। एक टुटिया होया कप है। थर्ड फॉर्म है, वर्क कितना कर रही है? एडजेक्टिव की तरह। ये तो इजी लग्या होएगा तुहानू। जिवें मैं क्या, दीज आर बॉइल्ड पोटैटोज। ये बॉइल्ड पोटैटोज ने। किदां दे पोटैटोज ने? बॉइल्ड। थर्ड फॉर्म ऑफ वर्ब, उबले हुए। उबले हुए। दिस इज अ ब्रोकन कप। एक टूटिया होया कप है। दिस इज अ बर्न्ट केक। एक जलिया होया केक है। नेक्स्ट, दैट वाज अ टॉर्न पीस ऑफ पेपर। ये मैं तां वर्ड कीता, एक कल आपां वर्ड कीता सी ना, टीयर टो टॉर्न। ओ एक पेपर दा फटिया होया पीस सी। टूटिया होया, फटिया होया, उबलिया होया। यानी जिवें असीं क्या, कुक्ड वेजिटेबल्स, पकियां हुईयां सब्जियां। दीज आर कुक्ड वेजिटेबल्स। दीज आर अनकुक्ड वेजिटेबल्स। बच्चे याद रखना है, ये वर्ब है, बट किदां काम कर रहा है? एडजेक्टिव की तरह। पार्टिसिपल की पछाण ही यही है वर्ब हुंदा है, बट एडजेक्टिव की तरह काम करता है, या एडजेक्टिव क्लॉज की तरह काम करता है, मतलब डिस्क्राइब करता है नाउन। डिस्क्राइब करता है नाउन। ठीक है। द बॉटम ऑफ द विंडो वॉज बर्न्ट। विंडो दा बॉटम यानी खिड़की दा नीचे वाला हिस्सा है, वो जलिया होया सी। द बॉटम ऑफ द विंडो वॉज बर्न्ट। शी फाउंड द लॉस्ट पर्स यस्टरडे। उसनू कल गुमिया होया पर्स मिल गया। लॉस्ट मतलब गुमिया होया। थर्ड फॉर्म, लूज, लॉस्ट, लॉस्ट। गुमिया होया, पर्स मिल गया। माई ब्रदर सेंट मी अ वॉच मेड इन जापान। मेरे ब्रदर ने मैनू वॉच भेजी, जापान च बनी हुई। टुटिया होया, फटिया होया, सड़िया होया, गुमिया होया, बनिया होया। ऐदा याद रख सकते हो। ठीक है ना। लेकिन मैं तुहानू हुणे दस्सिया, दिस इज अ बर्न्ड केक। ये जलिया होया केक है। दीज आर कुक्ड वेजिटेबल्स। एक पकियां हुई वेजिटेबल्स ने। दीज आर सोक्ड राइस। ये भिगोए हुए राइस ने। सो पास्ट प्रेजेंट पार्टिसिपल की है, जिहदे विच वर्ब दी फर्स्ट फॉर्म नाल आईएनजी है एंड इट इज एक्टिंग एज एन एडजेक्टिव। पास्ट पार्टिसिपल की है, थर्ड फॉर्म ऑफ वर्ब है, बट वर्किंग एज एन एडजेक्टिव। एनी डाउट्स? किसी को कोई डाउट है? हाँ जी, बोलो बोलो। मैम ਇਹਦੇ ਵਿੱਚ ਜੋ ਮਤਲਬ ਕਿ she found the lost purse yesterday, ਇਹਦੇ ਵਿੱਚ ਇਹ ऑक्सीमोरन है? नो बच्चे, ऑक्सीमोरन नहीं है। ਇਹ ਕੀ ਹੈ ਫਿਰ ਮੈਡਮ? ਇਹਦੇ ਵਿੱਚ ਉਹਨੂੰ ਮਤਲਬ ਕਿ ਗੁੰਮਿਆ ਹੋਇਆ ਪਰਸ ਜਿਹੜਾ ਮਿਲ ਗਿਆ, ਇਹ ਕਿਹੜਾ ਹੋ ਸਕਦਾ ਹੈ? ਮਤਲਬ ਕਿ ਅਚਾਨਕ ਸਾਨੂੰ ਲੱਗਾ, ਦਿਮਾਗ 'ਚ ਆ ਗਿਆ। बना सकते हो बच्चे, ਅਸੀਂ ਤਾਂ वर्ब ਦੀ ਫਾਰਮਸ ਕਰ ਰਹੇ ਹਾਂ। ऑक्सीमोरन ਤੇ ਕਿੱਥੇ ਪਹੁੰਚ ਗਏ? नो, अचानक दिमाग 'ਚ आ गया कि शायद हो सकता है कि लॉस्ट फाउंड ਨੂੰ देख के समझ आ गई, याद आ गया। हाँ जी, लॉस्ट फाउंड इकट्ठा देख के आ गए। He was found lost। हाँ, found my purse lost। I found my, मैं found find किया कि मेरा पर्स गुम गया है।
ये ऑक्सीमोरॉन हो गया, ये बाई चांस हो गया बेटा। ਉਹੀ ਵੈਸੇ ਇਹ ਸੈਂਟੈਂਸਸ ਦੇਖਦੇ ਦੇਖਦੇ ਹੋ ਜਾਂਦਾ ਉਹੀ वैसे ਤੁਹਾਨੂੰ ਉਹਦੀ ਯਾਦ ਤਾਜ਼ਾ ਹੋ ਗਈ ਹੋਣੀ ਹੈ ਨਾ। ਯੈਸ ਹਾਂਜੀ, ਬਟ ਇਟ ਹੈਜ਼ ਨਥਿੰਗ ਟੂ ਡੂ ਵਿਦ ਆਕਸੀਮੋਰॉन। ਤੇ ਇਹ ਹੈ ਕਿ ਇੱਥੇ ਬ੍ਰੋਕਨ ਹੈ ਜਿਹੜਾ, ਇਹ ਟੁੱਟਿਆ ਹੋਇਆ ਕੱਪ ਹੈ। ਦਿਸ ਇਜ਼ ਅ ਬ੍ਰੋਕਨ ਕੱਪ। ਠੀਕ ਹੈ, ਸਮਝ ਆ ਗਈ। ਹੁਣ ਦੇਖੋ ਹਾਂਜੀ 11400 ਇਹਨਾਂ ਦਾ ਹੈਂਡ ਰੇਜ਼ ਸੀਗਾ। गुड आफ्टरनून मैम। हाँ जी, गुड आफ्टरनून मैम। आई एम खुशप्रीत कौर। हाँ जी। And मैम प्लीज रिक्वेस्ट टू यू, प्लीज शो द ऑल स्लाइड्स फ्रॉम स्टार्टिंग। ओके, ਇੱਥੇ ਤੱਕ ਕੋਈ ਪ੍ਰੋਬਲਮ ਹੈ ਤੁਹਾਨੂੰ, ਕੋਈ ਡਾਊਟ ਹੈ ਇਹਦੇ ਵਿੱਚ? नो मैम। ओके, नो डाउट्स। ओके जी। हाँ जी, किसी और बच्चे का कोई क्वेश्चन है जब तक ਅਸੀਂ बच्चे स्लाइड्स देख रहे हैं? गुड इवनिंग मैम। हाँ जी, गुड इवनिंग मैम। लास्ट वाला सेंटेंस रीड कर दो मैम। हाँ बेटे, द पुलिस फाउंड द कार। हाँ वो वाली कर दी हैं उस तो बात कर दी। मैम गुड मॉर्निंग। हाँ जी, गुड आफ्टरनून मैम। सॉरी मैम, जो तुसी सेंटेंस कराया सी, द पुलिस फाउंड द कार अबैंडन्ड ऑन, अबैंडन्ड दा की मीनिंग है? बेटे मैं वो सेंटेंस हले कराया ही नहीं, करवा रही हूं। ये विच बच्चे ने कहता कि सारी स्लाइड्स दिखा दो, तो दैट इज व्हाई आई एम गोइंग टू शो सून। हुने करानी है मैं तुम। ओके मैम, थैंक यू। ओके जी। हाँ जी, लास्ट इज द पुलिस फाउंड द कार abandoned on the road। abandon ਦਾ ਮਤਲਬ ਇਹ ਵਰਡ ਸਪੈਸ਼ਲੀ ਲਿਖਿਆ ਸੀ ਤੁਹਾਡੇ ਲਈ। abandon ਹੁੰਦਾ ਹੈ ਕਿਸੇ ਚੀਜ਼ ਨੂੰ ਤਿਆਗ ਦੇਣਾ, ਛੱਡ ਦੇਣਾ। abandon like ਅਸੀਂ ਕਿਹਾ that child was abandoned by the parents। ਉਹਦੇ ਪੇਰੈਂਟਸ ਨੇ ਉਸ ਬੱਚੇ ਨੂੰ ਛੱਡ ਦਿੱਤਾ, ਲਵਾਰਿਸ ਛੱਡ ਦਿੱਤਾ, ਹੈ ਨਾ। the police found the car abandoned। abandon ਹੁੰਦਾ ਹੈ ਕਿਸੇ ਚੀਜ਼ ਨੂੰ ਛੱਡ ਦੇਣਾ, ਤਿਆਗ ਦੇਣਾ। ਪੁਲਿਸ ਨੂੰ ਕਾਰ ਮਿਲੀ ਰਸਤੇ ਵਿੱਚ, ਕਿਸੇ ਨੇ ਉੱਥੇ ਜਿਵੇਂ ਛੱਡੀ ਹੋਈ ਸੀ, ਐਵੇਂ ਪਈ ਸੀ ਕਾਰ, ਯਾਨੀ ਕਿ ਛੱਡੀ ਹੋਈ ਕਾਰ। ਛੱਡੀ ਹੋਈ ਦਾ ਮਤਲਬ ਕਿਸੇ ਨੇ ਉੱਥੇ ਖੜਾ ਕੇ ਤੇ ਕੋਈ ਚਲਾ ਗਿਆ, ਤਾਂ ਅਸੀਂ ਕਹਿੰਦੇ ਆ ਕਿ ਉਹ ਕਾਰ, that car was found abandoned on the road। ਠੀਕ ਹੈ ਨਾ। abandoned ਮਤਲਬ ਕਿਸੇ ਨੇ ਏਦਾਂ ਹੀ ਖੜਾਈ ਹੋਈ ਸੀ ਉੱਥੇ, ਛੱਡੀ ਹੋਈ ਕਾਰ। abandon ਹੁੰਦਾ ਹੈ ਕਿਸੇ ਚੀਜ਼ ਦਾ ਤਿਆਗ ਕਰ ਦੇਣਾ ਜਾਂ ਛੱਡ ਦੇਣਾ। ਠੀਕ ਹੈ, ਜਿਵੇਂ ਅਸੀਂ ਕਈ ਵਾਰ ਕਹਿੰਦੇ ਆ ਕਿ ਉਸ ਬੱਚੇ ਨੂੰ ਉਹਦੇ ਪੇਰੈਂਟਸ ਨੇ ਛੱਡ ਦਿੱਤਾ ਹੋਇਆ, ਜਾਂ ਉਹਦੇ ਮਦਰ ਨੇ ਉਹਨੂੰ ਛੱਡਤਾ, ਉਸ ਗਰਲ ਨੂੰ। ਸੋ ਦ ਚਾਈਲਡ ਵਾਸ ਅਬੈਂਡਨਡ ਬਾਈ ਹਿਸ ਜਾਂ ਹਰ ਪੇਰੈਂਟਸ। ਠੀਕ ਹੈ, ਪੁਲਿਸ ਨੂੰ ਕਾਰ ਮਿਲੀ, ਜਿਵੇਂ ਆਪਾਂ ਕਹਿੰਦੇ ਨਾ ਕਿ ਪਈ ਹੋਈ ਖੜੀ ਹੋਈ ਕਾਰ ਮਿਲੀ, ਸੋ ਦੈਟ ਇਜ਼ ਅਬੈਂਡਨਡ। ਹਾਂਜੀ ਬਲਜੀਤ ਕੌਰ, ਦੱਸੋ ਜੀ ਤੁਹਾਡਾ ਕੀ ਕੁਐਸਚਨ ਹੈ? सॉरी मैम, बाय मिस्टेक रेज हो गया सी हैंड। ਇਹ ਜੇ ਸਾਰੇ ਬੱਚਿਆਂ ਨੂੰ ਕਲੀਅਰ ਹੋ ਗਿਆ ਹੈ, ਨੈਕਸਟ ਇੱਕ ਰਹਿ ਗਿਆ ਸਾਡਾ ਪਰਫੈਕਟ ਪਾਰਟਿਸਿਪਲ। ਉਹ ਹੁਣ ਕਰ ਲਈਏ ਜਾਂ ਟੁਮਾਰੋ? should we do today or tomorrow? ਹਾਂਜੀ ਮਹਿਕਪ੍ਰੀਤ ਕੌਰ, ਤੁਹਾਡਾ ਹੈਂਡ ਰੇਜ਼ ਹੈ। मैम आज ही कर लो। ਅੱਜ ਹੀ ਕਰ ਲਈਏ? यस मैम। today ओके चलो ठीक है, कर लेते हैं। ठीक है जी, ओके जी, I got it। So next is last one, the perfect participle। perfect participle ਕੀ ਹੈ? ਇਹਦੀ ਇੱਕੋ ਹੀ ਪਛਾਣ ਹੈ ਕਿ ਇਹਦੇ ਵਿੱਚ have ਦੇ ਨਾਲ, having ਦੇ ਨਾਲ थर्ड फॉर्म लगी है। वैसे भी तुहानू पता ही है जो हैज हैव लगता है नाल थर्ड फॉर्म लगती है, पर इत्थे हैविंग दा मीनिंग कुछ होर हुंदा है। जिवें मैं क्या, आई एम हैविंग टी, मैं चाह पी रही हाँ। इत्थे हैव दा मतलब है लेना, खाना या पीना। आई एम हैविंग टी। बट इहदे विच की होएगा, हैविंग एक पूरा फ्रेज हुंदा है। वो फ्रेज किहड़ा, वो फ्रेज किदां काम करदा है, वो पूरे जिन्ना भी बाकी दा सेंटेंस बच जांदा ना उन्होंने डिस्क्राइब करदा है। किदां? फॉर एग्जाम्पल, having done my homework I began to play।
ਹੁਣ ਇੱਥੇ ਕੀ ਹੈ, ਹੋਮਵਰਕ ਨੂੰ ਕੀ ਡਿਸਕ੍ਰਾਈਬ ਕਰ ਰਿਹਾ ਹੈ ਕਿ ਹੋਮਵਰਕ ਹੋ ਗਿਆ। having done my homework, ਮੇਰਾ ਹੋਮਵਰਕ, ਯਾਨੀ ਹੋਮਵਰਕ ਨਾउन ਹੁੰਦਾ ਹੈ ਨਾ, ਹੋਮਵਰਕ ਕੀ ਹੋ ਗਿਆ, ਜਦੋਂ ਹੋ ਗਿਆ, ਯਾਨੀ having done ਕੀ ਕਰ ਰਿਹਾ ਹੈ, ਮੇਰੇ ਹੋਮਵਰਕ ਨੂੰ ਡਿਸਕ੍ਰਾਈਬ ਕਰ ਰਿਹਾ। that means ਹੋਮਵਰਕ ਹੋਣ ਤੋਂ ਬਾਅਦ ਮੈਂ ਖੇਡਣਾ ਸ਼ੁਰੂ ਕਰ ਦਿੱਤਾ। ਆਇਲਸ ਕਲਾਸਿਸ ਦੇ ਵਿੱਚ ਵੀ ਆਇਲਸ ਟੀਚਰ ਇਹ ਵਾਲੇ ਸੈਂਟੈਂਸਸ ਸਿਖਾਉਂਦੇ ਆ, ਉਹ ਦੱਸਦੇ ਨਹੀਂ ਹੈ ਕਿ ਉਹ ਪਾਰਟਿਸਿਪਲ ਹੈ ਜਾਂ ਇਹ ਨॉन ਫਿਨਾਈਟ ਹੈ, ਉਹ ਤੁਹਾਨੂੰ ਸਿੰਪਲੀ ਆਇਲਸ ਟੀਚਰ ਇਹ ਵਾਲੇ ਸੈਂਟੈਂਸਸ ਸਿਖਾਉਂਦੇ ਹੁੰਦੇ ਆ। ਲਾਈਕ ਉਹ ਪਤਾ ਕੀ ਕਹਿਣਗੇ, ਮੈਂ ਤੁਹਾਨੂੰ ਅੱਜ ਸੈਂਟੈਂਸਸ ਸਿਖਾਵਾਂਗਾ ਜਿਹਦੇ ਵਿੱਚ ਹੈਵਿੰਗ ਡਨ ਲੱਗਦਾ ਹੈ, ਤੇ ਇਹ ਸਪੋਕਨ ਇੰਗਲਿਸ਼ ਦੇ ਵਿੱਚ ਵੀ ਬਹੁਤ ਯੂਜ਼ ਹੁੰਦਾ ਹੈ। ਤਾਂ ਅਸੀਂ ਇਹ ਨਹੀਂ ਕਰਦੇ ਆਫਟਰ ਡੂਇੰਗ ਮਾਈ ਹੋਮਵਰਕ ਆਈ ਬਿਗਨ ਟੂ ਪਲੇ, ਆਪਾਂ ਕੀ ਬੋਲਦੇ ਆ, ਹੈਵਿੰਗ ਡਨ ਮਾਈ ਹੋਮਵਰਕ ਆਈ ਬਿਗਨ ਟੂ ਪਲੇ, ਮਤਲਬ ਮੇਰਾ ਹੋਮਵਰਕ ਹੋਣ ਤੋਂ ਬਾਅਦ ਮੈਂ ਖੇਡਣਾ ਸ਼ੁਰੂ ਕਰ ਦਿੱਤਾ, ਬਸ ਇਹਦੀ ਇਹੀ ਪਛਾਣ ਹੈ। ਠੀਕ ਹੈ। ਨੈਕਸਟ, having seen the film they decided to return home। having seen मतलब देख लिया, ਆਪਾਂ ਕੀਤਾ ਸੀ ਨਾ ਦੇਖਣ ਤੋਂ ਬਾਅਦ। having seen the film they decided to return home। ਫਿਲਮ ਦੇਖਣ ਤੋਂ ਬਾਅਦ ਉਹਨਾਂ ਨੇ ਘਰ ਜਾਣ ਦਾ ਫੈਸਲਾ ਕੀਤਾ। ਸੋ having done, having seen ਇਹਦਾ ਮਤਲਬ ਹੈ ਉਹ ਕੰਮ ਜਿਹੜਾ ਹੈ ਪੂਰਾ ਹੋ ਚੁੱਕਿਆ ਹੈ। having done my homework, ਹੁਣ ਇੱਥੇ having done ਕੀ ਹੈ, perfect participle। perfect ਤੋਂ ਯਾਦ ਰੱਖ ਲਓ, perfect tense ਦੇ ਵਿੱਚ ਕੀ ਲੱਗਦਾ ਹੈ, have, has ਲੱਗਦਾ ਹੈ, ਇੱਥੇ having ਲੱਗੇਗਾ, hasing ਨਹੀਂ ਲੱਗੇਗਾ, having ਹੀ ਲੱਗੇਗਾ, third form ਲੱਗੇਗੀ। ਇਹਦਾ ਮਤਲਬ ਕੀ ਹੈ, ਮੇਰਾ ਹੋਮਵਰਕ ਹੋਣ ਤੋਂ ਬਾਅਦ, ਫਿਲਮ ਵੇਖਣ ਤੋਂ ਬਾਅਦ। next, having taken my breakfast I went to school। अपना ब्रेकफास्ट लैंड तो बाद, खान तो बाद मैं स्कूल चली गई। having taken my breakfast I went to school। ਹੁਣ ਇੱਥੇ ਕੀ ਹੈ, ਇਹ ਪੂਰਾ ਡਿਸਕ੍ਰਾਈਬ ਕਿਵੇਂ ਕਰ ਰਹੇ हैं, ब्रेकफास्ट यानी खत्म हो गया, होमवर्क खत्म हो गया, फिल्म खत्म होने तो बाद, ठीक है ना। having taken her breakfast she went to her office। having taken her breakfast, breakfast ਕਰਨ ਤੋਂ ਬਾਅਦ ਉਹ ਆਪਣੇ ਆਫਿਸ ਚਲੀ ਗਈ। having finished our work we went home। having finished our work, ਸਾਡਾ ਕੰਮ ਖਤਮ ਹੋਣ ਤੋਂ ਬਾਅਦ ਅਸੀਂ ਘਰ ਚਲੇ ਗਏ। ਠੀਕ ਹੈ। and the last is having taken stale food he fell ill। having taken stale food, stale ਹੁੰਦਾ ਹੈ, stale is the opposite of fresh। fresh ਹੁੰਦਾ ਹੈ ਤਾਜ਼ਾ, stale ਹੁੰਦਾ ਹੈ ਬੇਹਾ, ਬਾਸੀ। stale food ਖਾਣ ਤੋਂ ਬਾਅਦ, having taken ਕੰਮ ਹੋ ਚੁੱਕਿਆ ਹੈ, perfect tense। having taken stale food, ਬੇਹਾ ਖਾਣਾ ਖਾਣ ਤੋਂ ਬਾਅਦ he fell ill, ਉਹ ਬਿਮਾਰ ਪੈ ਗਿਆ। so having done my homework I began to play। having seen the film they decided to return home। having taken my breakfast I went to school। having taken her breakfast she went to her office। having finished our work we went home। having taken stale food he fell ill। so मैं ਤੁਹਾਨੂੰ ਅੱਗੇ ਵੀ ਦੱਸਿਆ ਆਇਲਸ ਕਲਾਸਿਸ ਦੇ ਵਿੱਚ ਜਦੋਂ ਸਪੋਕਨ ਇੰਗਲਿਸ਼ ਕਰਵਾਈ ਜਾਂਦੀ ਹੈ ਨਾ, ਤਾਂ ਇਹ ਹੈਵਿੰਗ ਡਨ ਵਾਲੇ ਸੈਂਟੈਂਸਸ ਐਦਾਂ ਹੀ ਦੱਸੇ ਜਾਂਦੇ ਕਿ ਇਹਨਾਂ ਨੂੰ ਐਜ਼ ਇਟ ਇਜ਼ ਯਾਦ ਕਰੋ। ਸੋ ਆਈ ਥਿੰਕ ਇਟ ਇਜ਼ ਕਲੀਅਰ ਟੂ ਯੂ। ਸੋ ਸੈਕਿੰਡ ਆਪਣਾ ਜਿਹੜਾ ਨॉन ਫਿਨਾਈਟ ਹੈ ਪਾਰਟਿਸਿਪਲ, ਦਿਸ ਟੌਪਿਕ ਇਜ਼ ਓਵਰ। ਕੱਲ ਅਸੀਂ ਲਾਸਟ ਟੌਪਿਕ ਕਰਾਂਗੇ ਦ ਜੈਰੈਂਡਸ। ਠੀਕ ਹੈ, ਜੈਰੈਂਡਸ ਕਰਾਂਗੇ, that is also very interesting। ਹਾਂਜੀ ਹਾਂਜੀ ਦੱਸੋ ਜੀ, ਕੀ ਸਵਾਲ ਹੈ ਤੁਹਾਡਾ? मैम जो आवले परफेक्ट पार्टिसिपल्स ने ਇਹ ਪੈਸਿਵ ਵੌਇਸ ਵਿੱਚ ਜੋ ਇਹਦੇ ਵਿੱਚ ਹੈਵਿੰਗ ਬੀਨ ਯੂਜ਼, ਜਦੋਂ ਪੈਸਿਵ ਵੌਇਸ ਹੈ ਨਾ, ਜਦੋਂ ਪੈਸਿਵ ਵੌਇਸ ਹੋਏਗਾ ਤਾਂ ਇਹਦੇ ਵਿੱਚ ਬੀਨ ਲੱਗ ਜਾਏਗਾ। ਲਾਈਕ ਇੱਥੇ ਮੈਂ ਕਿਹਾ ਹੈਵਿੰਗ ਡਨ ਮਾਈ ਹੋਮਵਰਕ, ਹੈ ਨਾ। ਜੇ ਅਗਰ ਇਹ ਪੈਸਿਵ ਯਾਨੀ ਜੇ ਕਿਸੇ ਦੇ ਦੁਆਰਾ ਹੋਏਗਾ ਤਾਂ ਫਿਰ ਅਸੀਂ ਬੀਨ ਲਗਾ ਕੇ ਥਰਡ ਫਾਰਮ ਲਗਾਵਾਂਗੇ। having been, ਜਿਵੇਂ ਇੱਕ ਐਗਜ਼ਾਮਪਲ ਹੈ having been caught the thief got scared।
हैविंग बीन कॉट, फड़े जान तो बाद, फड़े यानी किसी द्वारा फड़िया गया, हैविंग बीन कॉट द थीव गॉट स्कैर्ड, तो हैविंग उथे बीन लग जाएगा, द थीफ गॉट, द थीव गॉट GOT गॉट स्कैर्ड, डर गया, जो फड़िया गया डर गया। मैं वैसे एक एग्जांपल ले ली इंस्टेंट, एक यस यस एक एग्जांपल मैं वैसे ले ली, लाइक हैविंग बीन कॉट, फड़े जान तो बाद चोर डर गया कि हुन की होएगा, ठीक है ना। सो उथे जिथे फड़िया गया, इथे हैविंग डन माय होमवर्क, मैं अपना काम मैं आप ही कीता ना, फिल्म में ਅਸੀਂ आप की ब्रेकफास्ट आप खादा, ਜਦੋਂ फड़िया गया तो हैविंग बीन कॉट आएगा, फिर बीन आ जाएगा बस। ओके हाँ एंड मैम जो ਤੁਸੀਂ ਵੀਡੀਓ ਭੇਜੀ ਸੀ, ਮਤਲਬ ਕਿ ਜੋ ਪਲਾਸਟਿਕ ਚ ਸਪੂਨਸ ਹੈਗੇ ਸੀ ਉਸ ਤੇ, ਹਾਂਜੀ ਉਹਦੇ ਵਿੱਚ ਥੋੜਾ ਜਿਹਾ ਤੁਹਾਨੂੰ ਥੋੜੀ ਜਿਹੀ ਸਮਝ ਆਈ, ਥੋੜੀ ਜਿਹੀ ਨਹੀਂ। ਕਟਲਰੀ ਕੀ, ਕਟਲਰੀ ਦਾ ਮੀਨਿੰਗ ਕੀ ਹੁੰਦਾ ਵੈਸੇ? ਕਟਲਰੀ, ਕਟਲਰੀ ਕਟਲਰੀ ਹੁੰਦੇ ਜਿਹੜੇ ਕਾਂਟੇ ਛੁਰੀਆਂ, ਤੇ ਸਪੈਲਿੰਗ ਵੀ ਦੱਸ ਦਿਓ ਇਹਦਾ ਇੱਕ ਵਾਰੀ, ਅਸੀਂ ਸਪੈਲਿੰਗ ਕਟਲਰੀ CUTLERY ਕਟਲਰੀ। ओके एंड कांटे छुरी, हाँ कांटे छुरी है ना, मतलब ਜਿਹੜੀ ਖਾਣ ਔਰ ਸਰਵ ਕਰਨ ਵਾਲੀ ਚੀਜ਼ਾਂ ਹੁੰਦੀਆਂ ਨਾ, ਲਾਈਕ ਇੱਕ ਜਿਵੇਂ ਤੁਸੀਂ ਵੇਖਿਆ ਹੋਏਗਾ ਜਦੋਂ ਤੁਸੀਂ ਫੂਡ ਕੋਈ ਖਾ ਰਹੇ ਹੋ, ਤੁਹਾਡੇ ਕੋਲ ਇੱਕ ਨਾਈਫ ਹੁੰਦਾ ਹੈ, ਉਹ ਵਾਲਾ ਕਟਿੰਗ ਵਾਲਾ ਨਾਈਫ ਨਹੀਂ, ਜਿਹੜਾ ਇੱਕ ਨਾਈਫ ਔਰ ਫੋਕ ਹੁੰਦਾ ਹੈ ਨਾ। ਯੈਸ ਯੈਸ, ਨਾਈਫ ਹੈ, ਫੋਕ ਹੈ, ਸਪੂਨ ਹੈ, ਤੇ ਉਹਨੂੰ ਅਸੀਂ ਕੀ ਕਹਿੰਦੇ ਆ, ਕਟਲਰੀ ਕਹਿੰਦੇ ਆ। ਕਾਂਟੇ ਛੁਰੀਆਂ ਚਮਚ ਨੂੰ ਅਸੀਂ ਉਹ ਕਹਿੰਦੇ ਆ, ਕਟਲਰੀ ਕਹਿੰਦੇ ਆ। ओके एंड मैम ये 2011 मतलब 2011 ਚ हैदराबाद ਚ ਡਿਵੈਲਪ ਹੋਇਆ ਸੀ, ਇਹ ਪਤਾ ਲੱਗਾ ਸੀ। ਹਾਂਜੀ ਤੇ ਮਿਲਟ ਕਹਿ ਰਹੇ ਸੀ, ਮਿਲਟ ਵਰਡ ਆਇਆ ਸੀ ਉਹਦੇ ਵਿੱਚ MILLETS, ਮਿਲਟ। ਮਿਲਟਸ ਬੱਚੇ ਗ੍ਰੇਨ ਹੁੰਦੇ ਆ, ਵੈਸੇ ਮਿਲਟਸ ਬਾਜਰੇ ਨੂੰ ਵੀ ਕਿਹਾ ਜਾਂਦਾ ਹੈ, ਬਾਜਰੇ ਨੂੰ ਵੀ, ਮਤਲਬ ਜਿਹੜੇ ਗੋਲ-ਗੋਲ ਦਾਣੇ ਜੋ ਹੁੰਦੇ ਨਾ ਉਹਨਾਂ ਨੂੰ ਮਿਲਟਸ ਕਿਹਾ ਜਾਂਦਾ ਹੈ। ਸੋ ਕੋਈ ਜਿਵੇਂ ਕਈ ਤਰ੍ਹਾਂ ਦੇ ਮਿਲਟਸ ਹੁੰਦੇ, ਜਿਵੇਂ ਬਾਜਰਾ ਇੱਕ ਮਿਲਟ ਹੈ। ਹਾਂਜੀ तो मिलेट्स भी बहुत तरह ਦੇ, ਇੱਕ ਤਰ੍ਹਾਂ ਦਾ ਅਨਾਜ ਹੈ ਮਿਲਟਸ ਵੀ ਜਿਹੜਾ ਹੈ ਨਾ। ਓਕੇ ਐਂਡ ਮੈਮ ਇਹ ਕੀ ਇਹਦੇ ਵਿੱਚ ਇੱਕ ਸਮਝਾਇਆ ਗਿਆ ਸ਼ਾਇਦ ਮਿਲਟਸ ਨੂੰ ਮਿਲਾ ਕੇ ਵੀਟ ਨੂੰ ਤੇ ਰਾਈਸ ਨੂੰ ਮਿਲਾ ਕੇ ਬਣਾਏ, ਰਾਈਸ ਨੂੰ ਮਿਲਾ ਕੇ, ਮੈਨੂੰ ਐਗਜ਼ੈਕਟਲੀ ਯਾਦ ਨਹੀਂ, 2-3 ਤਰ੍ਹਾਂ ਦੇ ਸੀਰੀਅਲ ਮਿਲਾ ਕੇ ਨਾ ਤੇ ਫਿਰ ਇਹਨੂੰ ਬਣਾਇਆ ਜਾਂਦਾ, ਉਹਨੂੰ ਹਾਰਡ ਬਣਾਇਆ ਜਾਂਦਾ ਤੁਸੀਂ ਯੂਜ਼ ਕਰਕੇ, ਤੇ ਫਿਰ ਉਸੇ ਚਾਹੋ ਜੇ ਥਰੋ ਕਰ ਦੋ ਤਾਂ ਇਹ ਕੀ ਹੋ ਜਾਂਦੇ ਆ, ਇਹ ਜਿਹੜੇ ਹੈ ਇਹਨੂੰ ਅਸੀਂ ਕੀ ਕਹਿੰਦੇ ਆ, ਡਿਸਪੋਜ਼ੇਬਲ। ਡਿਸਪੋਜ਼ੇਬਲ ਨਹੀਂ ਹੈ ਨਾ ਬੱਚੇ, ਇਹ ਜਦੋਂ ਤੁਸੀਂ ਇਹਨੂੰ ਇਹ এনवायरमेंट ਵਿੱਚ ਹੀ ਇਹ ਉਹ ਹੋ ਜਾਂਦੇ ਆ, ਮਿਲ ਜਾਂਦੇ ਆ, ਹੈ ਨਾ, ਜਿਹਨੂੰ ਅਸੀਂ ਕੀ ਕਹਿੰਦੇ ਆ ਕਿ ਡੀਕੰਪੋਜ਼ ਨਹੀਂ, ਮੈਂ ਤੁਹਾਨੂੰ ਦੱਸਦੀ ਆ ਹੁਣੇ ਮੈਨੂੰ 1 ਸੈਕਿੰਡ ਚ ਯਾਦ ਆ ਜਾਏਗਾ ਕਿ ਉਹ এনवायरमेंट ਫ੍ਰੈਂਡਲੀ ਹੁੰਦੇ ਆ, এনवायरमेंट ਦੇ ਵਿੱਚ ਹੀ ਮਿਕਸ ਹੋ ਜਾਂਦੇ ਆ, ਮਿੱਟੀ ਨਾਲ ਮਿੱਟੀ ਹੀ ਹੋ ਜਾਂਦੇ ਆ, ਹੈ ਨਾ। ਬਾਇਓਡੀਗ੍ਰੇਡੇਬਲ ਹਾਂਜੀ, ਬਾਇਓਡੀਗ੍ਰੇਡੇਬਲ ਹਾਂਜੀ एनवायरमेंट टर्म। ਹਾਂਜੀ ਜਿਵੇਂ ਪਲਾਸਟਿਕ ਹੈ, ਪਲਾਸਟਿਕ ਮਿੱਟੀ ਨਾਲ ਮਿੱਟੀ ਨਹੀਂ ਹੁੰਦਾ ਨਾ, नॉन बायोडिग्रेडेबल। ਹਾਂ ਤਾਂ ਇਹ ਬਾਇਓਡੀਗ੍ਰੇਡੇਬਲ। ਓਕੇ ਐਂਡ ਮੈਮ ਇਹਦੇ ਵਿੱਚ ਜੋ ਪਲਾਸਟਿਕ ਹੈ ਇਹ ਕਹਿ ਰਹੇ ਕਿ 2-3 ਧਾਤਾਂ ਨੂੰ ਮਿਲਾ ਕੇ ਭੇਜਿਆ ਜਾਂਦਾ, ਉਹਨਾਂ ਦੇ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਕਿਹੜੀ ਧਾਤ, ਮਤਲਬ ਕਿ ਇਕੱਠਾ ਬੋਲਿਆ ਗਿਆ ਨਾ ਉਹਨਾਂ ਵੱਲੋਂ, ਕੋਈ ਸਮਝ ਨਹੀਂ ਆ ਰਿਹਾ ਸੀ ਕੀ ਬੱਚੇ ਮੈਂ ਸਮਝੀ ਨਹੀਂ ਕਿੱਦਾਂ। ਜੋ ਪਲਾਸਟਿਕ ਕਹਿੰਦੇ ਬਣਦਾ ਹੈ 2-3 ਕੋਈ ਹੈਗੀਆਂ ਸੀ, ਕੁਝ ਦੱਸਿਆ ਸੀ ਉਹਨਾਂ ਨੇ, ਉਹ ਨਹੀਂ ਪਤਾ ਲੱਗਾ ਸੀਗਾ ਤੁਹਾਡੇ ਕੋਲ। ਮੈਂ ਚੰਗੀ ਤਰ੍ਹਾਂ ਉਹਨੂੰ ਦੇਖਾਂਗੀ। ਵੈਸੇ ਪਲਾਸਟਿਕ ਹੈ ਉਹ ਇਹ ਕੈਮੀਕਲਸ ਤੋਂ ਹੀ ਬਣਦਾ ਹੈ ਨਾ, ਕੈਮੀਕਲ ਕੰਪਾਊਂਡਸ ਤੋਂ ਪਲਾਸਟਿਕ ਬਣਦਾ ਹੈ। ਉਹ ਕਿਹੜੇ ਨੇ ਆਈ ਚੈੱਕ ਐਂਡ ਲੈਟ ਯੂ ਨੋ ਟੁਮਾਰੋ। ਓਕੇ ਠੀਕ ਹੈ, ਓਕੇ, ਥੈਂਕ ਯੂ। ਹਾਂਜੀ ਓਕੇ, ਹਾਂਜੀ ਮੈਮ। ਹਾਂਜੀ ਬੇਟਾ ਵੀ ਹੈਵ ਵੈਰੀ ਲੈਸ ਟਾਈਮ, ਜਲਦੀ ਪੁੱਛ ਲਓ ਕਿਉਂਕਿ ਤੁਹਾਡਾ ਕੈਂਪ ਸ਼ੁਰੂ ਹੋਣ ਲੱਗਿਆ। ਹਾਂਜੀ ਮੈਮ ਹੈਵਿੰਗ ਡਨ ਮਾਈ ਹੋਮਵਰਕ, ਕੰਮ ਹੋ ਚੁੱਕਾ ਜਾਂ ਕੰਮ ਹੋਣ ਤੋਂ ਬਾਅਦ? ਮੇਰਾ ਕੰਮ ਹੋ ਚੁੱਕਿਆ ਹੈ, ਕੰਮ ਕਰਨ ਤੋਂ ਬਾਅਦ, ਜਦੋਂ ਮੇਰਾ ਕੰਮ ਹੋ ਚੁੱਕਿਆ ਮੈਂ ਖੇਡਣਾ ਸ਼ੁਰੂ ਕਰ ਦਿੱਤਾ। ਓਕੇ ਮੈਮ, ਥੈਂਕ ਯੂ। ਓਕੇ ਜੀ, ਹਾਂਜੀ ਨੈਕਸਟ। ਮੈਮ ਕੁਡ ਯੂ ਟੈਲ ਮੀ ਮੀਨਿੰਗ ਆਫ ਅੰਡਰਐਸਟੀਮੇਟ? ਬੱਚੇ ਅੰਡਰਐਸਟੀਮੇਟ ਹੁੰਦਾ ਕਿਸੇ ਚੀਜ਼ ਦਾ ਘੱਟ ਅੰਦਾਜ਼ਾ ਲਗਾਉਣਾ, ਚੀਜ਼ ਵਧੀਆ ਹੋਵੇ। ਮੈਮ ਸੈਕਿੰਡ VA। ਹਾਂ
NISH. VANISH. हाँ, this is vanish. Vanish ਹੁੰਦਾ है गायब हो जाना, किसी चीज का disappear हो जाना, गायब हो जाना, किसी चीज का और मैम W हाँ WANT. WANT. W नहीं बोलना है, बोलना WANT. Want. Want means चाहना, चाहना. I want a glass of water. चाहना. Thank you, ma'am. ओके जी. हाँ जी, नेक्स्ट. हाँ जी, नेक्स्ट प्लीज. Ma'am, हाँ जी. how do we pronounce WANDER? Wander. And its meaning? Wander means बिना किसी पर्पस तो मूव करना. ਤੁਹਾਡਾ ਕੋਈ ਉਦੇਸ਼ ਨਹੀਂ ਹੈ, ਤੁਹਾਡਾ ਕੋਈ ਉਹ ਨਹੀਂ ਹੈ, ਐਵੇਂ ਵੇਲੇ ਇੱਧਰ ਉੱਧਰ ਘੁੰਮੀ ਜਾਣਾ, ਕੋਈ ਡੈਸਟੀਨੇਸ਼ਨ ਨਹੀਂ ਹੈ, ਪਰਪਸ ਨਹੀਂ ਹੈ, ਉਹਨੂੰ ਅਸੀਂ ਕਹਿੰਦੇ ਆ wander. Thank you, ma'am. Okay ਜੀ. हाँ जी, नेक्स्ट प्लीज. मैम व्हाट इज द मीनिंग ऑफ मैग्निफिसेंट एंड अलोंगसाइड? एक मिनट बच्चे. हाँ जी बेटा, दोबारा बोलो. मैम व्हाट इज द मीनिंग ऑफ मैग्निफिसेंट एंड अलोंगसाइड? मैग्निफिसेंट ਹੁੰਦਾ ਹੈ मतलब बहुत ही ਜਿਵੇਂ ਅਸੀਂ ਕਹਿੰਦੇ ਆ ਨਾ ਬੜੇ ग्रैंड, बहुत ज्यादा वधिया, ਉਹਨੂੰ ਅਸੀਂ मैग्निफिसेंट ਕਹਿੰਦੇ ਆ. शानदार, बहुत ज्यादा शानदार कोई चीज है ਵੱਡੇ ਲੈਵਲ ਤੇ, ਤੇ ਉਹਨੂੰ मैग्निफिसेंट ਕਵਾਂਗੇ. ग्रैंड है कोई चीज, बड़ी शानदार है, ਉਹਨੂੰ ਅਸੀਂ ਕਹਿੰਦੇ ਆ मैग्निफिसेंट. सेकंड ਕੀ है मैम अलोंगसाइड? अलोंगसाइड. हाँ जी. अलोंगसाइड ਤੁਸੀਂ ਕਿੱਦਾਂ ਯੂਜ਼ ਕੀਤਾ? मैंने एक सेंटेंस देखਿਆ ਸੀਗਾ अलोंगसाइड. अलोंगसाइड मतलब ਹੁੰਦਾ ਹੈ along the side, ਨਾਲ ਨਾਲ ਸਾਈਡ ਸਾਈਡ ਤੇ. अलोंगसाइड. ओके मैम. मतलब ਜਿਵੇਂ ਅਸੀਂ ਕਿਹਾ ਡਰਾਈਵ ਯੋਰ ਸਕੂਟਰ ਅਲੋਂਗਸਾਈਡ ਮਾਈਨ, ਮੇਰੇ ਸਕੂਟਰ ਦੇ ਨਾਲ 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 ਚਲੋ, ਅਲੋਂਗਸਾਈਡ, ਮੇਰੇ ਨਾਲ ਸਾਈਡ ਤੇ. ओके that is मैम. alongside, है ना. ओके मैम. ਜਿਵੇਂ ਅਸੀਂ ਕਹਿੰਦੇ ਆ the nurse is working alongside with the doctor, ਨਾਲ ਨਾਲ ਨਰਸ ਵੀ ਕੰਮ ਕਰ ਰਹੀ ਹੈ. हाँ जी. ठीक है. ओके मैम. हाँ जी. ओके. हाँ जी. हाँ जी, नेक्स्ट प्लीज. मैम हाँ जी. वर्ब्स वाली स्क्रीन शेयर करोगे? वर्ब्स वाली? हाँ जी, कर देंगे. हाँ जी मैम, कर देंगे. थैंक यू मैम. ओके जी. हाँ जी, नेक्स्ट प्लीज. एक्सक्यूज मी मैम. हाँ जी, बोलो. मैम मेरे ना एक सेंटेंस आ रहा है दिमाग ਦੇ ਵਿੱਚ ਤੇ ਉਹਦੀ ਟ੍ਰਾਂਸਲੇਸ਼ਨ ਹੀ ਨਹੀਂ ਆ ਰਹੀ ਹੈਗੀ. हाँ, बोलो बोलो. ਮੈਮ ਜਿਵੇਂ ਵੀ ਮੈਂ ਇਹ ਕੰਮ ਕਰਨਾ ਹੈ, ਇਹਨੂੰ ਆਪਾਂ ਕਿਵੇਂ ਟ੍ਰਾਂਸਲੇਸ਼ਨ ਕਰਾਂਗੇ? I have to do this work. मैम ਜੇ ਆਪਾਂ ਕਹੀਏ ਵੀ ਆਪਾਂ ਮੈਂ ਇਸ ਜਗ੍ਹਾ ਜਾਣਾ ਹੈ, I have to go for. I have to go, like I have to go to my friend's place. I have to go to my Nani's house. मैम ਇਹ ਕਿਹੜੀ ਕੈਟੇਗਰੀ ਦੇ ਵਿੱਚ ਆ ਰਿਹਾ ਹੈਗਾ, मतलब टेंस ਦੇ अकॉर्डिंग? I have to go, बेटे present indefinite tense है. I have to go. I have to go. हाँ, I have to go. First देखो ना, verb ਦੇ ਨਾਲ first form ਲੱਗੇ ना, I have. Yes मैम. पर have to ਦਾ मतलब ਹੁੰਦਾ है मैं जाना है. Have to ਦਾ मतलब ਹੁੰਦਾ है मैं जाना है. पर चलो अगर रूल ਦੇ ਹਿਸਾਬ ਨਾਲ ਦੇਖੋ ਤੇ ਤਾਂ present indefinite ਹੀ ਹੁੰਦਾ ਹੈ ਜੇ ਤੁਸੀਂ according to rule ਦੇਖੋਗੇ. Okay मैम. मैम have ਨੂੰ ਆਪਾਂ verb form ਲੈ ਰਹੇ ਹਾਂਗੇ. Verb, yes. I have to, she has to. हाँ. Okay मैम. Thank you मैम, confusion हो गई थी. Okay जी. हाँ जी. हाँ जी. हाँ जी, लखवीर कौर. Good afternoon, ma'am. Good afternoon. Ma'am, could you please tell me the meaning of having finished our work, we went home?
having finished our work, ਸਾਡਾ ਕੰਮ ਖਤਮ ਕਰਨ ਤੋਂ ਬਾਅਦ ਅਸੀਂ ਘਰ ਚਲੇ ਗਏ। Okay, ma'am. Like having finished this class, you will attend this camp. Okay, ma'am. ठीक है, मतलब वो काम खत्म करन तो बाद मैम मतलब कि साडा काम खत्म होने तो बाद ਅਸੀਂ ਘਰ ਚਲੇ ਗਏ। ਹਾਂਜੀ, ਸਾਡਾ ਕੰਮ ਖਤਮ ਹੋਣ ਤੋਂ ਬਾਅਦ having finished our work, ਸਾਡਾ ਕੰਮ ਹੋ ਚੁੱਕਣ ਤੋਂ ਬਾਅਦ ਅਸੀਂ ਘਰ ਚਲੇ ਗਏ। ਓਕੇ ਮੈਮ। ਮੈਮ ਇੱਕ ਅਵਰ ਮੀਨਸ ਕਿ ਉਹਦਾ ਮੀਨਿੰਗ ਅਸੀਂ ਵੀ ਕਰਦੇ ਨੇ ਜ਼ਿਆਦਾਤਰ, ਉਹ ਮੈਮ ਅਵਰ ਮੀਨਸ ਸਾਡਾ, ਅਵਰ ਮੀਨਸ ਸਾਡਾ ਬੱਚੇ, ਅਵਰ ਮੀਨਸ ਸਾਡਾ। ਮੈਮ ਕਈ ਵਾਰ ਕਹਿ ਦਿੰਦੇ ਨੇ ਕਿ ਅਵਰ ਦਾ ਮੀਨ ਹੁੰਦਾ ਤਾਂ ਸਾਡਾ, ਬਟ ਕਈ ਵਾਰ ਆਪਾਂ ਸੈਂਟੈਂਸ ਉਹਦਾ ਬਣਾਉਣੇ ਆ ਤਾਂ ਉਹਦੇ ਚ ਮੀਨ ਦਾ ਅਸੀਂ ਵੀ ਆ ਜਾਂਦਾ। ਮੈਮ ਇਹਦਾ ਫਿਰ ਮੀਨਿੰਗ ਨਹੀਂ ਬੱਚੇ, ਅਸੀਂ ਤਾਂ ਵੀ ਹੁੰਦਾ ਹੈ, ਵੀ ਮੀਨਸ ਅਸੀਂ ਹੁੰਦਾ ਹੈ, ਅਵਰ ਮੀਨਸ ਸਾਡਾ, ਵੀ ਮੀਨਸ ਅਸੀਂ। ਓਕੇ ਜੀ, ਥੈਂਕ ਯੂ ਮੈਮ। ਓਕੇ ਜੀ, so no more questions now. Okay, बहुत सारे participants चले गए हैं, so I am also going to sign off. We'll meet tomorrow same time. वाहिगुरु जी का खालसा, वाहिगुरु जी की